ਗੁਰੂ ਨਾਨਕ ਪਾਦ ਪੰਕਜ ਸਿਮਰੋ ਅੰਗਦ ਦੋ। ਗੁਰੂ ਅਮਰਦਾਸ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਣ। ਗੁਰੂ ਅਰਜਨ ਬਿਗਨਨ ਕੇ ਹਰ ਗੋਬਿੰਦ ਸ਼ੋਭ ਚੁਮਤ ਪਰ। ਸ਼੍ਰੀ ਹਰਿ ਰਾਇ ਨਮੋ ਕਰ। ਸ਼੍ਰੀ ਹਰਿ ਕ੍ਰਿਸ਼ਨ ਮਨਾਓ। ਤੇਗ ਬਹਾਦਰ ਪਰਮ ਜੀ ਪਰਮ। ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋ ਤਰਾ ਪਰ ਪੁਨ ਸੀਸਾ ਜੀ ਪੁਨ ਸੀਸਾ। ਬੰਦੋ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਤੇ ਬਾਬੇ ਮਦ ਚਿਤ ਤਰਿਓ। ਪੂਰਬ ਸੈਰ ਵਿਚਾਰ ਝੂਠ ਸਾਚ ਜੈ ਜੈ ਟਪਿਓ। ਦੇਖੀਏ ਸੋ ਉਗਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਖਾਲਸਾ ਸਤ ਸੰਗਤ ਜੀਓ। ਆਪ ਸਮੂਹ ਰੱਬ ਦੇ ਪਿਆਰੇ ਗੁਰੂ ਪਾਤਸ਼ਾਹ ਦੇ ਸ਼ਬਦ ਨਾਲ ਉਹਨਾਂ ਦੇ ਦਰਸ਼ਨ ਪਰਸ਼ਨ ਕਰਦੇ ਹੋਏ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਮਹਾਨ ਸ਼ਹੀਦ ਉਹਨਾਂ ਦੀ ਅੰਸ ਬੰਸ ਵਿੱਚੋਂ ਇੱਕ ਲਿਖਾਰੀ ਹੋਏ ਭਾਈ ਰਤਨ ਸਿੰਘ ਜੀ ਭੰਗੂ, ਜਿਨ੍ਹਾਂ ਨੇ ਪੰਥ ਦਾ ਇਤਿਹਾਸ ਲਿਖਿਆ ਹੈ। ਜੇ ਕਹਿ ਲਓ ਸਾਡੇ ਵੱਡੇ ਵਡੇਰੇ ਉਹਨਾਂ ਦਾ ਇਤਿਹਾਸ ਲਿਖਿਆ ਹੈ, ਜਿਹੜਾ ਪਹਿਲਾਂ ਕਿਸੇ ਨੇ ਲਿਖਿਆ ਨਹੀਂ। ਇਹਨਾਂ ਨੂੰ ਬਾਰ-ਬਾਰ ਅਸੀਂ ਯਾਦ ਰੱਖੀਏ, ਭੁੱਲ ਜਾਂਦੇ ਹਾਂ। ਕਈਆਂ ਦੇ ਮਨ ਵਿੱਚ ਆ ਗਿਆ ਹੋਣਾ ਕਿ ਭੰਗੂ ਹਨ, ਸ਼ਾਇਦ ਭੰਗ ਪੀਂਦੇ ਹੋਣੇ। ਨਹੀਂ ਖਾਲਸਾ ਜੀ, ਉਹ ਸ਼ਹੀਦ ਹਨ, ਯੋਧੇ ਹਨ, ਗੁਰੂ ਪਾਤਸ਼ਾਹ ਦੇ ਨਾਮ ਦੇ ਰਸੀਏ ਹਨ। ਖਾਲਸਾ ਜੀ, ਉਹ ਨਾਮ ਹੀ ਐਸਾ ਹੈ। ਰਤਨ ਸਿੰਘ ਜੀ ਭਾਈ ਰਾਏ ਸਿੰਘ ਦੇ ਬੇਟੇ, ਉਹਨਾਂ ਦੇ ਸਪੁੱਤਰ। ਇਹ ਆਪ ਕਹਿੰਦੇ ਕਿ ਮੈਂ ਕੋਈ ਕਵੀ ਨਹੀਂ ਹਾਂ। ਤੁਸੀਂ ਹੁਣੇ 7-8 ਦਿਨ ਵਿੱਚ ਇਹਨਾਂ ਦੇ
ਜਿਹੜੇ ਕਹਿ ਲਓ ਲਿਖੇ ਹੋਏ ਛੰਦ ਸਰਵਣ ਕੀਤੇ ਹੋਣੇ, ਜਿਹੜੇ ਕੋਈ ਵਿਦਵਾਨ, ਸਾਹਿਤ ਦੇ ਵਿਦਵਾਨ, ਕੋਈ ਕਵੀ ਸੁਣਦੇ ਹੋਣੇ, ਉਹਨਾਂ ਦੇ ਮਨ ਵਿੱਚ ਆਇਆ ਹੋਣਾ ਵੀ ਕੋਈ ਕਵਿਤਾ ਹੈ, ਇਸ ਵਿੱਚ ਤਾਂ ਕਵਿਤਾ ਦੀ ਕੋਈ ਚਾਲ ਵੀ ਨਹੀਂ ਹੈ, ਕੋਈ ਛੰਦ ਬੰਦ, ਕੋਈ ਪਿੰਗਲ ਦੀ ਮਾਤਰਾ ਵੀ ਪੂਰੀ ਨਹੀਂ ਹੈ। ਭਾਈ ਸਾਹਿਬ ਕਹਿੰਦੇ ਮੈਂ ਕੋਈ ਕਵੀ ਨਹੀਂ ਹਾਂ, ਇਹ ਤਾਂ ਉਹਨਾਂ ਅੰਗਰੇਜ਼ਾਂ ਨੇ ਇਤਿਹਾਸ ਲਿਖਵਾਉਣਾ ਸੀ ਤੇ ਬੂਟੇ ਸ਼ਾਹ ਮੌਲਵੀ ਤੋਂ ਇਤਿਹਾਸ ਲਿਖਾ ਰਹੇ ਸਨ। ਉਸੇ ਕਚਹਿਰੀ ਹਮ ਥੇ ਗਏ, ਉਸੇ ਕਚਹਿਰੀ ਚ ਭਾਈ ਸਾਹਿਬ ਵੀ ਚਲੇ ਗਏ। ਪੁੱਛਿਆ ਵੀ ਕੀ ਹੋ ਰਿਹਾ, ਕੀ ਕਰ ਰਹੇ ਹੋ? ਤੇ ਕੈਪਟਨ ਮਰੇ ਕਹਿਣ ਲੱਗਾ ਜੀ ਤੁਹਾਡੇ ਵੱਡਿਆਂ ਦਾ, ਸਿੰਘਾਂ ਦਾ ਇਤਿਹਾਸ ਲਿਖਵਾ ਰਿਹਾ। ਕਿਹਨਾਂ ਤੋਂ ਲਿਖਾ ਰਹੇ ਹੋ? ਬੂਟੇ ਸ਼ਾਹ ਤੋਂ। ਇਹ ਕਹਿਣ ਲੱਗਾ ਜੀ ਕੈਪਟਨ ਮਰੇ ਜੀ, ਕੋਈ ਵੀ ਦੂਜੇ ਧਰਮ ਦਾ ਬੰਦਾ ਆਪਣੇ ਧਰਮ ਤੋਂ ਬਗੈਰ ਦੂਜੇ ਨੂੰ ਕਾਫਰ ਹੀ ਜਾਣਦਾ ਹੈ। ਮੁਸਲਮਾਨਾਂ ਵਿੱਚ ਖਾਸ ਤੌਰ ਤੇ ਹੈ। ਜਿਹੜੇ ਤਾਂ ਚੰਗੇ ਮੁਸਲਮਾਨ, ਉਹਨਾਂ ਦੀ ਵਿਚਾਰਧਾਰਾ ਇਹ ਹੈ, ਚੰਗੇ ਮੈਂ ਕਹਿ ਰਿਹਾ, ਜਿਹੜੇ ਇੱਕ ਪ੍ਰਮਾਤਮਾ ਦੀ, ਕੁਰਾਨ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਉਹ ਕਾਫਰ ਹਨ। ਬਾਕੀ ਸਾਡੇ ਸਭ ਆਪਣੇ ਹਨ, ਬਾਕੀ ਮੋਮਨ ਹਨ। ਬਾਕੀ ਜਿਹੜੇ ਆਮ ਮੁਸਲਮਾਨ, ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮੁਸਲਮਾਨ ਹੀ ਮੋਮਨ ਹਾਂ, ਬਾਕੀ ਸਾਰੇ ਕਾਫਰ ਹਨ। ਭਾਈ ਸਾਹਿਬ ਕਹਿਣ ਲੱਗੇ ਕੈਪਟਨ ਮਰੇ ਜੀ, ਬੂਟੇ ਸ਼ਾਹ ਮੌਲਵੀ ਹੈ, ਉਹ ਸਿੰਘਾਂ ਦਾ ਜਸ ਨਹੀਂ ਕਹਿ ਸਕਦਾ। ਅਸੀਂ ਆਪਣੇ ਵੱਡੇ ਵਡੇਰਿਆਂ ਦਾ ਇਤਿਹਾਸ ਆਪ ਲਿਖਦੇ ਆ। ਸਾਡੇ ਵੱਡੇ ਸ਼ਹੀਦ ਹੋਏ। ਭਾਈ ਰਾਏ ਸਿੰਘ ਕਿਵੇਂ ਬਚੇ ਖਾਲਸਾ ਜੀ, ਅੱਗੇ ਸਾਰਾ ਇਤਿਹਾਸ ਆਵੇਗਾ। ਭਾਈ ਰਾਏ ਸਿੰਘ ਮਰਦੇ ਮਰਦੇ, ਸ਼ਹੀਦ ਹੁੰਦੇ ਹੋਏ ਇਹਨਾਂ ਨੇ ਆਪਣੇ ਬੱਚੇ ਨੂੰ ਸਾਂਭ ਲਿਆ ਕਿ ਇਹਨੇ ਪੰਥ ਦਾ ਇਤਿਹਾਸ ਲਿਖਣਾ ਸੀ। ਉਹ ਪੰਥ ਦੇ ਇਤਿਹਾਸ ਵਿੱਚ ਸ਼ੁਰੂਆਤ ਹੁੰਦੀ ਹੈ, ਸਿੰਘਨ ਪਾਇਓ ਰਾਜ ਕਿਮ, ਉਹ ਕਿਨ ਦੀਨੋਂ ਪਾਤਸ਼ਾਹੇ, ਕਿ ਸਿੰਘਾਂ ਨੇ ਰਾਜ ਕਿਵੇਂ ਪਾਇਆ। ਰਾਜ ਕਰੇਗਾ ਖਾਲਸਾ। ਤੇ ਉਸ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਜੀ ਨੇ 7 ਪੁਸ਼ਤਾਂ ਦਾ ਰਾਜ ਬਖਸ਼ਿਸ਼ ਕੀਤਾ ਬਾਬਰ ਨੂੰ, ਤੇ ਉਹ 7 ਸੀਸ ਦੇ ਕੇ ਰਾਜ ਮੁੜ ਕੇ ਲਿਆ ਵੀ ਖਾਲਸਾ ਜੀ। ਜਦੋਂ ਕਿਸੇ ਰਾਜ ਵਿੱਚ ਬੇਅਦਲੀ ਹੋ ਜਾਵੇ, ਬੇਅਦਲੀ ਕਹਿੰਦੇ ਖਾਲਸਾ ਜੀ ਅਨਿਆਂ, ਨਿਆਂ ਨਾ ਰਵੇ, ਜਿੱਥੇ ਜਿਸ ਰਾਜ ਵਿੱਚ ਅਦਲ ਨਾ ਰਵੇ ਉਹ ਰਾਜ ਖਤਮ ਹੋ ਜਾਂਦਾ ਹੈ। ਅੱਜ ਤੁਸੀਂ ਵੇਖਦੇ ਹੋ ਵਰਤਮਾਨ ਦੇ ਸ਼ਾਸਕ ਬੇਅਦਲੀ ਹੋ ਗਏ ਹਨ ਤੇ ਇਹਨਾਂ ਦਾ ਰਾਜ ਵੀ ਥੋੜੇ ਸਮੇਂ ਹੀ ਹੈ, ਖੁੱਸ ਜਾਣਾ ਰਾਜ ਇਹਨਾਂ ਦਾ। ਜਿਸ ਜਿਸ ਰਾਜ ਵਿੱਚ ਨਿਆਂ ਹੋਵੇ, ਅਦਲ ਹੋਵੇ, ਉਹ ਰਾਜ ਰਵੇਗਾ। ਗੁਰੂ ਨਾਨਕ ਪਾਤਸ਼ਾਹ ਨੇ ਇਹੀ ਆਖਿਆ ਕਿ ਬਾਬਰ, ਜਦੋਂ ਤੱਕ ਤੇਰੀ ਪੁਸ਼ਤਾਂ ਵਿੱਚ ਨਿਆਂ ਰਵੇਗਾ ਤੁਹਾਡਾ ਰਾਜ ਬਰਕਰਾਰ ਰਵੇਗਾ। ਜਦੋਂ ਅਨਿਆਂ ਹੋਣਾ ਸ਼ੁਰੂ ਹੋ ਜਾਏਗਾ ਤੁਹਾਡਾ ਰਾਜ ਸੀਸ ਦੇ ਕੇ ਅਸੀਂ ਵਾਪਸ ਲੈ ਲਵਾਂਗੇ। ਫਿਰ ਉਹ ਸੀਸ ਦੇ ਕੇ ਖਾਲਸਾ ਆਸਤਾ ਆਸਤਾ ਮੁਗਲ ਰਾਜ ਖਤਮ ਹੁੰਦਾ ਗਿਆ। ਫਿਰ ਸਿੰਘਾਂ ਨੇ ਸ਼ਹੀਦੀਆਂ ਪਾ ਕੇ ਇਹ ਰਾਜ ਪ੍ਰਾਪਤ ਕੀਤਾ। ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ। ਮੀਰ ਮੰਨੂ ਦੀ ਜੇਲ੍ਹ ਵਿੱਚ ਸਵਾ ਸਵਾ ਖਾਲਸਾ ਜੀ ਪੀਸਣਾ ਪੀ ਕੇ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ। ਉਹਨਾਂ ਤੋਂ ਬਾਅਦ ਰਾਜ ਮਿਲਿਆ ਹੈ, ਉਹ ਸਰਦਾਰੀਆਂ ਮਿਲੀਆਂ ਹਨ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜਿਹੜਾ ਖਾਲਸਾ ਪੰਥ ਸਾਜਿਆ, ਉਹ ਖਾਲਸੇ ਪੰਥ ਦੀ ਸਰਦਾਰੀ ਹੈ। ਇਸ ਤਰ੍ਹਾਂ ਖਾਲਸੇ ਨੇ ਰਾਜ ਪ੍ਰਾਪਤ ਕੀਤਾ
ਤੇ ਉਹ ਸਾਰੀ ਘਟਨਾਵਾਂ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਬਿਆਨ ਕਰ ਰਹੇ ਹਨ, ਜੋ ਕੱਲ ਦੇ ਪ੍ਰਕਰਨਾਂ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਵੀ ਗੁਰੂ ਨਾਨਕ ਮਹਾਰਾਜ ਉਦਾਸੀਆਂ ਤੇ ਗਏ ਤੇ ਮਹਾਰਾਜ ਜੀ ਨੇ ਕਈ ਸਿੱਧਾਂ ਨੂੰ ਵੀ ਖਾਲਸਾ ਜੀ ਸਿੱਧੇ ਰਸਤੇ ਪਾਇਆ। ਕਲਯੁਗ ਨਾਲ ਗੋਸ਼ਟ ਹੋਈ ਪਾਤਸ਼ਾਹ ਦੀ ਤੇ ਉਸ ਗੋਸ਼ਟ ਵਿੱਚ ਖਾਲਸਾ ਕਲਯੁਗ ਨੇ ਆਖਿਆ ਕਿ ਮੈਂ ਚਾਹੁੰਦਾ ਹਾਂ ਦੁਨੀਆ ਦੇ ਲੋਕ ਨਰਕਾਂ ਵਿੱਚ ਪੈਣ, ਪਰ ਗੁਰੂ ਨਾਨਕ ਮਹਾਰਾਜ ਚਾਹੁੰਦੇ ਹਨ ਵੀ ਇਹ ਨਰਕਾਂ ਤੋਂ ਸਾਰੇ ਬਾਹਰ ਆ ਜਾਣ। ਅਸੀਂ ਚਾਹੁੰਦੇ ਹਾਂ ਕਿ ਦੁਨੀਆ ਦੇ ਲੋਕ ਪਾਪ ਕਰਨ, ਪਰ ਗੁਰੂ ਨਾਨਕ ਪਾਤਸ਼ਾਹ ਚਾਹੁੰਦੇ ਵੀ ਨਹੀਂ, ਇਹ ਸਾਰੇ ਸੱਚ ਬੋਲਣ, ਨਾਮ ਜਪਣ, ਅਕਾਲ ਪੁਰਖ ਦਾ ਸਿਮਰਨ ਕਰਨ। ਇਸ ਤਰ੍ਹਾਂ ਕਲਯੁਗ ਬੜਾ ਦੁਖੀ ਹੈ। ਉਹ ਕਹਿਣ ਲੱਗਾ ਮਹਾਰਾਜ ਜੀ ਕਿ ਤੁਸੀਂ ਮੇਰੇ ਰਾਜ ਵਿੱਚ ਆ ਕੇ ਆਪਣਾ ਸਿੱਕਾ ਚਲਾ ਰਹੇ ਹੋ। ਪਾਤਸ਼ਾਹ ਕਹਿੰਦੇ ਰਾਜ ਭਾਵੇਂ ਤੇਰਾ ਹੋਵੇਗਾ, ਕਾਲ ਕਲਹ ਦਾ ਯੁੱਗ ਹੈ ਤੇ ਅਸੀਂ ਅਕਾਲ ਪੁਰਖ ਹਾਂ। ਬਸ ਸਾਨੂੰ ਪ੍ਰਮਾਤਮਾ ਨੇ ਆਪਣਾ ਸਰੂਪ ਬਣਾ ਕੇ ਭੇਜਿਆ ਹੈ, ਇੱਕ ਬਾਬਾ ਅਕਾਲ ਰੂਪ। ਅਸੀਂ ਅਕਾਲ ਦਾ ਪ੍ਰਚਾਰ ਕਰਨਾ ਹੈ। ਬਸ ਤੂੰ ਆਪਣਾ ਕੰਮ ਕਰ। ਜਿਹੜੇ ਜਿਹੜੇ ਅਕਾਲ ਨਾਲ ਜੁੜਦੇ ਜਾਣਗੇ ਉਹ ਤੇਰੇ ਪ੍ਰਭਾਵ ਤੋਂ ਬਚਦੇ ਜਾਣਗੇ, ਬਾਕੀ ਸਾਰੀ ਦੁਨੀਆ ਤੇਰੇ ਅਧੀਨ ਰਹੇਗੀ। ਪਰ ਜਿਹੜੇ ਜਿਹੜੇ ਨਾਮ ਦਾ ਜਾਪ ਕਰਨਗੇ, ਅੰਮ੍ਰਿਤ ਵੇਲੇ ਜਾਗਣਗੇ, ਸੱਚ ਬੋਲਣਗੇ, ਨਿਆਂ ਕਰਨਗੇ, ਧਰਮ ਦੀ ਕਿਰਤ ਕਰਨਗੇ, ਵੰਡ ਛਕਣਗੇ, ਉਹ ਸਾਰੇ ਅਕਾਲ ਦੇ ਪਿਆਰੇ ਬਣਦੇ ਜਾਣਗੇ। ਜਿਹੜੇ ਨਹੀਂ ਕਰਨਗੇ ਉਹ ਤੇਰੇ ਵਸ ਰਹਿਣਗੇ। ਕਹਿਣ ਲੱਗਾ ਜੀ ਠੀਕ ਹੈ, ਇਹ ਨਿਰਣਾ ਹੋ ਗਿਆ। ਇਸ ਤਰ੍ਹਾਂ ਬਾਦਸ਼ਾਹ ਕਲਯੁਗ ਨੂੰ ਵੀ ਖਾਲਸਾ ਸੁਮਤ ਦੇ ਕੇ ਅੱਗੇ ਤੁਰੇ। ਕਲਯੁਗ ਨੇ ਆਖਿਆ ਧੰਨ ਗੁਰੂ ਨਾਨਕ ਪਾਤਸ਼ਾਹ, ਤੁਹਾਡੀ ਬਖਸ਼ਿਸ਼ ਬਣੀ ਰਵੇ ਮਹਾਰਾਜ। ਇੱਕ ਮੌਕਾ ਮੈਨੂੰ ਵੀ ਦੇਣਾ ਮਹਾਰਾਜ, ਜਿੱਥੇ ਤੁਹਾਡੀ ਸੰਗਤ ਹੋਵੇ ਮੈਂ ਉੱਥੇ ਨਹੀਂ ਵੜਾਂਗਾ, ਪਰ ਜਦੋਂ ਬਾਦਸ਼ਾਹ ਦੇਗ ਵਰਤੇਗੀ, ਦੇਗ ਛਕਣ ਮੈਂ ਵੀ ਆ ਜਾ, ਦੇਗ ਛਕਣ ਲਈ ਆ ਜਾ। ਪਾਤਸ਼ਾਹ ਕਹਿੰਦੇ ਆ ਜਾਈ। ਜਦੋਂ ਦੇਗ ਵਰਤਦੀ ਹੈ ਨਾ, ਉਦੋਂ ਫਿਰ ਖਾਲਸਾ ਜੀ ਜਿਹੜੇ ਤਾਂ ਸੰਤੋਖੀ ਹਨ, ਨਾਮ ਦੇ ਰਸੀ ਹਨ, ਉਹ ਉਦੋਂ ਵੀ ਜਾਪ ਕਰਦੇ ਵਾਹਿਗੁਰੂ ਦਾ। ਜਿਹੜੇ ਸੰਤੋਖੀ ਨੇ ਫਟਾਫਟ ਦੇਖਦੇ ਹੋ ਮੈਂ ਜਾਣਾ ਹੈ, ਉਹ ਕੰਮ ਯਾਦ ਆ ਗਿਆ, ਉਹ ਕੰਮ ਯਾਦ ਆ ਗਿਆ ਖਾਲਸਾ, ਉਦੋਂ ਕਲਯੁਗ ਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਉਦੋਂ ਆ ਜਾਈ, ਪਰ ਸਾਡੇ ਸਿੱਖਾਂ ਦੇ ਹਿਰਦੇ 'ਚ ਨਾ ਆਈ, ਕਿਉਂਕਿ ਉਹ ਨਾਮ ਦੇ ਜਪਣ ਵਾਲੇ ਹੋਣਗੇ। ਇਸ ਤਰ੍ਹਾਂ ਖਾਲਸਾ ਬਹੁਤ ਵੱਡੀ ਗੋਸ਼ਟ ਹੋਈ। ਫਿਰ ਮਹਾਰਾਜ ਅੱਗੇ ਜਦੋਂ ਗਏ ਪੂਰਬ ਦੇ ਵੱਲ, ਤੇ ਉੱਥੇ ਦੇਖਿਆ ਕਿ ਕਈ ਮੰਦਿਰ ਢਾਏ ਹੋਏ ਇਹਨਾਂ ਨੇ। ਇਹਨਾਂ ਮੁਸਲਮਾਨਾਂ ਨੇ ਈਰਖਾ ਦੇ ਵਸ ਹੋ ਕੇ ਮੰਦਿਰ ਢਾਤੇ, ਸਰੋਵਰ ਪੂਰਤੇ, ਤੀਰਥ ਤੈਸ਼ ਨੈਸ਼ ਕਰਤੇ। ਤੇ ਪਾਤਸ਼ਾਹ ਕਹਿਣ ਲੱਗੇ ਉਦੋਂ ਕਿੱਥੇ ਗਏ ਸੀ? ਜਦੋਂ ਦੁਨੀਆ ਤੇ ਧਰਮ ਦਾ ਪ੍ਰਚਾਰ ਕਰਨਾ, ਉਦੋਂ ਤਾਂ ਇਹਨਾਂ ਨੇ ਮੰਤਰ ਫੁਰੇ ਨਹੀਂ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਲੜਾਇਆ। ਜਦੋਂ ਬਾਬਰ ਹਮਲਾ ਕਰਨ ਵਾਸਤੇ ਆਇਆ ਤੇ ਉਦੋਂ ਕੋਈ ਮੁਗਲ ਨਾ ਹੋਆ ਅੰਧਾ, ਕਿਨੇ ਨਾ ਪਰਚਾ ਲਾਇਆ, ਕਿਨੇ ਨੇ ਪਰਚਾ ਨਹੀਂ ਲਾਇਆ, ਜੰਗ ਨਹੀਂ ਕੀਤਾ, ਮਿਲਾਪ ਨਹੀਂ ਕੀਤਾ, ਮਿਲਦੇ ਗੱਲਬਾਤ ਕਰਦੇ। ਇੱਥੇ ਇਹਨਾਂ ਦੇ ਮੰਦਰ ਢਾ ਕੇ ਕੀ ਫਾਇਦਾ ਹੈ ਤੁਹਾਡਾ? ਇਸ ਤਰ੍ਹਾਂ ਪਾਤਸ਼ਾਹ ਖਾਲਸਾ ਜੀ ਇਹ ਸਾਰੇ ਕਾਰਜ ਵੇਖਦੇ ਹੋਏ ਮਹਾਰਾਜ ਹੁਣ ਇਹਨਾਂ ਦੇ ਤੀਰਥ ਅਸਥਾਨਾਂ ਤੇ ਜਾ ਰਹੇ ਹਨ, ਦੇਖਦੇ ਹਨ ਵੀ ਕਿਹੜੇ ਕਿਹੜੇ ਉਪਦਰਵ ਹੋ ਰਹੇ ਹਨ, ਕਿੱਥੇ ਸੱਚ ਹੈ, ਕਿੱਥੇ ਝੂਠ ਹੈ, ਤੇ ਜਿੱਥੇ ਝੂਠ ਹੈ ਉਹਨੂੰ ਮਹਾਰਾਜ ਸੱਚ ਵਿੱਚ ਬਦਲ ਰਹੇ ਹਨ। ਆਓ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਿੱਥੇ ਕਿੱਥੇ ਸੱਚ ਨੂੰ ਮਹਾਰਾਜ ਲੱਭ ਲੱਭ ਕੇ ਹੋਰ ਉੱਤੇ ਲੈ ਕੇ ਆ ਰਹੇ ਹਨ। ਆਓ ਸਾਰੇ ਗੁਰੂ ਕੇ ਪਿਆਰੇ ਆਪਣੀ ਸੁਰਤੀ ਬਿਰਤੀ ਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੇ ਬਾਬੇ ਮਤ ਚਿਤ ਤਰਿਓ,
ਪੂਰਬ ਸੈਰ ਵਿਚਾਰ। ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦੇ ਮਨ ਵਿੱਚ ਫੁਰਨਾ ਆਇਆ ਕਿ ਚਲੋ ਪੂਰਬ ਦੀ ਸੈਰ ਕਰੀਏ। ਪੂਰਬ ਦਾ ਇਲਾਕਾ ਹੈ, ਇਧਰ ਦੁਨੀਆ ਨੂੰ ਸਿੱਧੇ ਰਸਤੇ ਪਾਈਏ। ਝੂਠ ਸਾਚ ਜੈ ਜੈ ਟੱਪਿਓ, ਦੇਖੀਏ ਸੋ ਉਗਾਰ। ਦੇਖੀਏ ਤਾਂ ਸਹੀ ਕਿੱਥੇ ਸੱਚ ਟਕਿਆ ਹੋਇਆ ਹੈ ਤੇ ਕਿੱਥੇ ਝੂਠ ਟਕਿਆ ਹੋਇਆ। ਝੂਠ ਵੀ ਟਕਿਆ ਰਹਿੰਦਾ ਕਈ ਥਾਵਾਂ ਤੇ, ਕਈ ਥਾਵਾਂ ਤੇ ਪਖੰਡ ਹੈ, ਅੰਦਰ ਝੂਠ ਟਕਿਆ ਰਹਿੰਦਾ, ਉੱਤੋਂ ਬੰਦਾ ਸੱਚ ਦਾ ਵਿਖਾਵਾ ਕਰਦਾ ਹੈ। ਕਈ ਥਾਵਾਂ ਤੇ ਗੁਰਮੁਖ ਪਿਆਰੇ ਸੱਚ ਨੂੰ ਆਪਣੇ ਹਿਰਦੇ 'ਚ ਰੱਖਦੇ ਹਨ, ਉੱਤੋਂ ਭੋਲੇ ਬਣਦੇ ਹਨ। ਪਾਤਸ਼ਾਹ ਇਹ ਵੇਖਣਾ ਚਾਹੁੰਦੇ ਹਨ ਵੀ ਕਿੱਥੇ ਸੱਚ ਟਕਿਆ ਹੋਇਆ ਹੈ, ਕਿੱਥੇ ਝੂਠ ਟਕਿਆ ਹੋਇਆ ਹੈ, ਦੋਵਾਂ ਨਾਲ ਉਘਾਰ ਕਰੀਏ। ਚੌਪਈ ਪ੍ਰਥਮ ਸਤਿਗੁਰ ਕੀਓ ਗੰਗ ਇਸ਼ਨਾਨ। ਸਭ ਤੋਂ ਪਹਿਲਾਂ ਮਹਾਰਾਜ ਗੰਗਾ ਦੇ ਵੱਲ ਜਾ ਰਹੇ ਹਨ, ਕਿਉਂ ਖਾਲਸਾ ਜੀ ਗੰਗਾ ਦੇ ਵੱਲ ਜਿੱਥੇ ਜਾਣਾ ਹੈ ਉੱਥੇ ਮਹਾਰਾਜ ਨੇ ਵੀ ਕਈ ਕੌਤਕ ਵਰਤਾਏ। ਖਾਲਸਾ ਜੀ ਜਦੋਂ ਪਾਤਸ਼ਾਹ ਹਰਿਦੁਆਰ ਵੱਲ ਗਏ, ਖਾਲਸਾ ਜੀ ਇਧਰ ਮਹਾਰਾਜ ਪੱਛਮ ਵਾਲੇ ਪਾਸੇ ਪਾਣੀ ਦੇਣ ਲੱਗੇ। ਮਹਾਰਾਜ ਜੀ ਨੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ, ਕਿਸੇ ਘਟਨਾ ਰਾਹੀਂ ਪਾਇਆ। ਪਾਤਸ਼ਾਹ ਨੇ ਇਸ਼ਨਾਨ ਤਾਂ ਕੀਤਾ, ਹੁਣ ਜਿੱਥੇ ਖਾਲਸਾ ਪਾਣੀ ਤਾਂ ਇਸ਼ਨਾਨ ਕਰਨਾ ਹੀ ਹੈ ਨਾ। ਲੋਕੀ ਐਵੇਂ ਵਹਿਮ ਜੀ ਮਹਾਰਾਜ ਨੇ ਇਸ਼ਨਾਨ ਕੀਤਾ ਅਸੀਂ ਵੀ ਇਸ਼ਨਾਨ ਕਰਾਂਗੇ, ਉਹ ਪਾਣੀ ਵੀ ਤਾਂ ਇਸ਼ਨਾਨ ਕਰੋ। ਪਾਤਸ਼ਾਹ ਕਿਸੇ ਨੂੰ ਪੂਜਦੇ ਨਹੀਂ, ਪੂਜਣਾ ਤੇ ਅਕਾਲ ਪੁਰਖ ਨੂੰ ਹੈ। ਪੂਜਾ ਅਕਾਲ ਕੀ। ਖਾਲਸਾ ਜੀ ਜਿੱਥੇ ਮਰਜ਼ੀ ਜਾਓ, ਸਭ ਦੇ ਸਮਾਜ ਦੇ ਕੌਤਕ ਵੇਖੋ, ਕਰਦੇ ਕੀ ਦੁਨੀਆ ਦੇ, ਪਰ ਹਿਰਦੇ ਵਿੱਚ ਅਕਾਲ ਪੁਰਖ ਦਾ ਧਿਆਨ ਹੋਣਾ ਚਾਹੀਦਾ ਹੈ। ਪਾਤਸ਼ਾਹ ਉੱਥੇ ਗਏ, ਪੂਰਬ ਦੇ ਇਲਾਕੇ 'ਚ ਗੰਗਾ ਇਸ਼ਨਾਨ ਕੀਤਾ ਤੇ ਮਹਾਰਾਜ ਪੱਛਮ ਵਾਲੇ ਪਾਸੇ ਪਾਣੀ ਦੇਣ ਲੱਗੇ। ਉਹ ਸਾਰੇ ਬ੍ਰਾਹਮਣ ਇਕੱਠੇ ਹੋ ਕੇ ਆ ਗਏ ਵੀ ਕੀ ਕਰਦੇ ਪਏ ਹੋ। ਪਾਤਸ਼ਾਹ ਕਹਿੰਦੇ ਵੀ ਆਪਣੇ ਖੇਤਾਂ ਨੂੰ ਪਾਣੀ ਦੇ ਰਹੇ ਹਾਂ। ਉਹ ਕਹਿੰਦੇ ਤੁਹਾਡਾ ਪਾਣੀ ਖੇਤਾਂ ਵੱਲ ਪਹੁੰਚ ਜਾਵੇਗਾ। ਮਹਾਰਾਜ ਕਹਿੰਦੇ ਜੇ ਮੇਰਾ ਪਾਣੀ ਉਧਰ ਨਹੀਂ ਪਹੁੰਚਦਾ, ਤੁਸੀਂ ਪਾਣੀ ਕਿੱਧਰ ਦੇ ਰਹੇ ਹੋ? ਕਹਿੰਦੇ ਸੂਰਜ ਵਾਲੇ ਪਾਸੇ ਦੇ ਰਹੇ ਹਾਂ। ਤੇ ਪਾਤਸ਼ਾਹ ਕਹਿੰਦੇ ਮੇਰੇ ਖੇਤਾਂ ਚਲੋ 400-500 ਕੋਹ ਤੇ ਹੋਣਗੇ, 400-500 ਮੀਲ ਲਾ ਲਓ, ਵੱਧ ਲਾ ਲਓ। ਇਹ ਸੂਰਜ ਤਾਂ ਕਈ ਲੱਖਾਂ ਕੋਹ ਦੂਰ ਹੈ, ਇਹ ਧਰਤੀ ਤੋਂ ਵੀ ਕਈ ਗੁਣਾ ਵੱਡਾ ਹੈ। ਇਹਨੂੰ ਕੀ ਪਾਣੀ ਦੇ ਰਹੇ ਹੋ? ਕਹਿੰਦੇ ਸਾਡੇ ਵੱਡਿਆਂ ਬ੍ਰਾਹਮਣਾਂ ਨੇ ਆਖਿਆ। ਪਾਤਸ਼ਾਹ ਕਹਿੰਦੇ ਉਹ ਤਾਂ ਆਪਣੀ ਪੂਜਾ ਦੇ ਮਗਰ ਲੱਗੇ ਹੋਏ ਹਨ, ਇਹ ਕੁਛ ਨਹੀਂ ਹੁੰਦਾ। ਇਸ ਤਰ੍ਹਾਂ ਸਿੱਧੇ ਰਸਤੇ ਪਾਇਆ, ਕਿਸੇ ਘਟਨਾ ਰਾਹੀਂ ਪਾਇਆ। ਖਾਲਸਾ ਜੀ ਜੇ ਸਿੱਧਾ ਕਹਿਣਾ ਹੁੰਦਾ ਨਾ ਫਿਰ ਤਾਂ ਟਾਈਮ ਖਾਲਸਾ ਘੱਟ ਲੱਗਦਾ। ਪਾਤਸ਼ਾਹ ਜਿੱਥੇ ਜਿੱਥੇ ਗਈ ਕੋਈ ਕੌਤਕ ਵਰਤਾ ਕੇ ਕਿਸੇ ਨੂੰ ਸਿੱਧੇ ਰਸਤੇ ਪਾਇਆ ਮਹਾਰਾਜ ਨੇ। ਇਸ ਤਰ੍ਹਾਂ ਮਹਾਰਾਜ ਗੰਗਾ ਇਸ਼ਨਾਨ ਕਰਕੇ ਰਿਖੀਕੇਸ਼ ਰਿਖੀ ਦੇਖੇ ਥਾਨ। ਫਿਰ ਅੱਗੇ ਖਾਲਸਾ ਰਿਸ਼ੀਕੇਸ਼ ਹੈ, ਜਿੱਥੇ ਰਿਸ਼ੀਕੇਸ਼ ਪਾਵਨ ਸਥਾਨ ਹੈ, ਗੁਰੂ ਪਾਤਸ਼ਾਹ ਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੈ। ਜਦੋਂ ਸੰਗਤਾਂ ਹੇਮਕੁੰਟ ਸਾਹਿਬ ਵੱਲ ਜਾਂਦੀਆਂ ਉੱਥੇ ਠਹਿਰਾ ਕਰਦੇ ਹਨ ਤੇ ਉੱਥੇ ਕਈ ਮਹਾਤਮਾ ਜਨ ਵੀ ਰਹਿੰਦੇ ਸਨ। ਅੱਜ ਵੀ ਕਈ ਪਾਵਨ ਸਥਾਨ ਹਨ ਸਾਧੂ ਮਹਾਂਪੁਰਖਾਂ ਦੇ, ਤੇ ਉਹਨਾਂ ਨੇ ਖਾਲਸਾ ਜੀ ਪਾਤਸ਼ਾਹ ਦਾ ਮਿਲਾਪ ਹੋਇਆ। ਪਾਰ ਲੰਘ ਵਲ ਬੀਤੈ ਦੇਸ। ਤੇ ਉਧਰੋਂ ਮਹਾਰਾਜ ਉੱਤੇ ਖਾਲਸਾ ਜੀ ਦੇ ਗੜਵਾਲ ਦਾ ਇਲਾਕਾ ਹੈ, ਵਲਭਾਚਾਰਿਆ ਹੋਇਆ, ਉਸ ਇਲਾਕੇ ਵੱਲ ਗਏ ਹਨ। ਉਤੇ ਲੋਕ ਸਭ ਜੋਗੀ ਭੇਸ। ਤੇ ਉੱਤੇ ਜਾਂਦੇ ਰਹੇ ਪਹਾੜਾਂ ਵੱਲ ਖਾਲਸਾ, ਜਿੱਥੇ ਜੋਗੀਆਂ ਦੇ ਭੇਖ ਵਿੱਚ ਅਨੇਕ ਸਾਧੂ ਮਹਾਤਮਾ ਬੈਠੇ ਸਨ। ਸਿੱਧ 84 ਕੋ ਉਆ ਧਾਮ। ਤੇ ਜਿੱਥੇ 84 ਸਿੱਧਾਂ ਦਾ ਧਾਮ ਹੈ, ਆਪਣਾ ਟਿਕਾਣਾ ਹੈ। ਗੋਰਖ ਮਤੋ ਹੁਤੋ ਤਿਸ ਕੋ ਨਾਮ। ਜਿਹਦਾ ਪਹਿਲਾ ਨਾਂ ਸੀ ਗੋਰਖ ਮਤਾ, ਉਸ ਪਾਵਨ ਸਥਾਨ ਤੇ ਪਾਤਸ਼ਾਹ ਜੀ ਗਏ। ਖਾਲਸਾ ਜੀਓ ਉੱਥੇ ਵੀ ਮਹਾਰਾਜ ਜੀ ਨੇ ਕੌਤਕ ਵਰਤਾਇਆ। ਖਾਲਸਾ ਜੀਓ ਇਹਨਾਂ ਸਿੱਧਾਂ ਨੇ ਬੜੀ ਖੁਣ ਖਾਦੀ ਪਾਤਸ਼ਾਹ ਨਾਲ ਵੀ ਕਿੱਥੇ ਆ ਗਏ, ਪਰ ਮਹਾਰਾਜ ਜੀ ਨੇ ਸਭਨਾਂ ਨੂੰ ਸਿੱਧੇ ਰਸਤੇ ਪਾ ਲਿਆ। ਉੱਥੇ ਇਹਨਾਂ ਨੇ ਇਹ ਵੀ ਘਟਨਾ ਵਾਪਰੀ ਖਾਲਸਾ ਜੀਓ, ਜੋ ਆਪ ਜੀ ਨੇ ਨਾਨਕ ਪ੍ਰਕਾਸ਼ ਗ੍ਰੰਥ ਵੀ ਸ਼ਰਵਣ ਕੀਤੀ ਹੈ, ਕਿ ਸਿੱਧਾਂ ਨੇ ਇੱਕ ਬੱਚੇ ਨੂੰ ਖਾਲਸਾ ਧਰਤੀ ਖੋਦ ਕੇ ਨਾ ਟੋਇਆ ਗੋੜ ਕਰਕੇ ਵੱਡਾ, ਉੱਤੋਂ ਢੱਕ ਕੇ ਨਾ ਥੱਲੇ ਬੱਚਾ ਬਿਠਾਤਾ।
ਉਹ ਕਹਿਣ ਲੱਗੇ ਜੀ ਧਰਤੀ ਸਾਡੀ ਹੈ, ਥੱਲੋਂ ਧਰਤੀ ਤੋਂ ਆਵਾਜ਼ ਆਵੇਗੀ ਵੀ ਇਹ ਧਰਤੀ ਕਵੇਗੀ ਮੈਂ ਗੋਰਖ ਦੀ ਹਾਂ, ਮੈਂ ਸਿੱਧਾ ਦੀ ਹਾਂ। ਪਾਤਸ਼ਾਹ ਕਹਿਣਗੇ ਪੁੱਛ ਲੈਣੇ ਆ ਭਾਈ। ਤੇ ਸਿੱਧਾ ਨੇ ਆਵਾਜ਼ ਮਾਰੀ, ਦੱਸ ਧਰਤੀ ਤੂੰ ਕਿਹਦੀ ਹੈ? ਉਹ ਕਹਿਣ ਲੱਗੀ ਮੈਂ ਸਿੱਧਾ ਦੀ ਹਾਂ, ਮੈਂ ਗੋਰਖ ਦੀ ਹਾਂ। ਪਾਤਸ਼ਾਹ ਕਹਿੰਦੇ ਦੁਬਾਰਾ ਬੋਲੀ। ਫਿਰ ਆਵਾਜ਼ ਆਈ ਮੈਂ ਸਿੱਧਾ ਦੀ ਆ ਜੀ, ਮੈਂ ਗੋਰਖ ਦੀ ਧਰਤੀ ਆ। ਮਹਾਰਾਜ ਕਹਿੰਦੇ ਹੁਣ ਵੀ ਬੋਲਦਾ ਰਵੇਂਗਾ? ਚੁੱਪ ਕਰ ਜਾ ਹੁਣ। ਤੀਜੀ ਵਾਰੀ ਆਵਾਜ਼ ਨਹੀਂ ਆਈ ਖਾਲਸਾ ਜੀ। ਅੰਦਰ ਹੀ ਸ਼ਾਂਤ ਹੋ ਗਿਆ। ਸ਼ਾਂਤ ਭਾਵ ਰਾਮ ਸਤ ਹੋ ਗਿਆ। ਪਾਤਸ਼ਾਹ ਕਹਿੰਦੇ ਹੁਣ ਬੁਲਾਓ ਇਹਨੂੰ। ਜਿਹੜਾ ਬੱਚਾ ਬਿਠਾਇਆ ਤੁਸੀਂ ਅੰਦਰ, ਲੜਕਾ ਬਿਠਾਇਆ, ਇਹ ਬੋਲੇਗਾ ਹੁਣ? ਕਹਿੰਦੇ ਐਵੇਂ ਪਖੰਡ ਨਾ ਕਰੋ। ਸਗਰੀ ਧਰਤੀ, ਸਾਰੀ ਧਰਤੀ ਮਹਾਂਪੁਰਖਾਂ ਦੀ ਹੈ, ਬੰਦਗੀ ਕਰੋ। ਕਿਉਂ ਕਬਜ਼ਾ ਕਰਦੇ ਹੋ ਧਰਤੀ ਤੇ? ਅਸਲ ਤਾਂ ਬੰਦਗੀ ਕਰਨ ਆਏ ਸੀ ਭਾਈ। ਕਾਰ 3.5 ਹੱਥ ਕਨੀ ਤਪੌਨੇ, 4 ਇਤਨੀ ਧਰਤੀ ਮਿਲਣੀ ਬੰਦੇ ਨੂੰ, ਉਹ ਵੀ ਮਿੱਟੀ ਸੁਆਹ ਬਣ ਜਾਣੀ ਹੈ। ਉਹ ਵੀ ਕਿੰਨੀ ਕੁ ਰਹਿ ਜਾਣੀ ਹੈ? ਦਰਿਆ ਵਿੱਚ ਰੁੜ ਜਾਣੀ ਹੈ ਉਹ ਵੀ ਤਾਂ ਖਾਲਸਾ ਜੀ। ਪਾਤਸ਼ਾਹ ਕਹਿੰਦੇ ਕਿਉਂ ਮਾਣ ਕਰਦੇ ਹੋ? ਬੰਦਗੀ ਕਰਨ ਵਾਸਤੇ ਆਇਓ, ਪਖੰਡ ਕਿਉਂ ਕਰਦੇ ਹੋ? ਇਸ ਤਰ੍ਹਾਂ ਮਹਾਰਾਜ ਜੀ ਦੇ ਸਿੱਧੇ ਰਸਤੇ ਪਾਇਆ। ਉਹਦਾ ਨਾਮ ਸ੍ਰੀ ਨਾਨਕ ਮਤਾ ਸਾਹਿਬ ਖਾਲਸਾ ਜੀਓ ਅੱਜ ਕੱਲ ਪ੍ਰਸਿੱਧ ਹੈ। ਉਹਾਂ ਕਲ ਯੁਗ ਕਾ ਭਇਓ ਪਸਾਰਾ। ਤੇ ਉੱਥੇ ਕਲਯੁਗ ਦਾ ਇਤਨਾ ਪਸਾਰਾ। ਇਹਨਾਂ ਸਿੱਧਾਂ ਨੇ ਕਿਤਨਾ ਖਾਲਸੇ ਪਖੰਡ ਵਰਤਾਇਆ ਹੋਇਆ ਸੀ। ਸਿੱਧਨ ਤੈ ਜੋਰ ਲਾਇਓ ਭਾਰਾ। ਸਿੱਧਾਂ ਨੇ ਆਪਣਾ ਪੂਰਾ ਜ਼ੋਰ ਲਾ ਲਿਆ। ਕਹਾਂ ਬਾਬੇ ਸਤਨਾਮ ਦ੍ਰਿੜਾਇਆ। ਉੱਥੇ ਵੀ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਸਤਨਾਮ ਸ੍ਰੀ ਵਾਹਿਗੁਰੂ 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 ਦਾ ਨਾਮ ਜਪਾਇਆ ਹੈ। ਗੋਰਖ ਮਤਿਓ ਮਤ ਨਾਨਕ ਸਦਵਾਇਆ। ਤੇ ਖਾਲਸਾ ਜੀ ਗੋਰਖ ਮਤਾ ਨਾਮ ਪਹਿਲਾਂ ਸੀ। ਪਾਤਸ਼ਾਹ ਕਹਿੰਦੇ ਹੁਣ ਨਾਨਕ ਮਤਾ ਆਖ ਲੋ ਇਹਨੂੰ। ਇਹਦਾ ਨਾਮ ਨਾਨਕ ਮਤਾ ਖਾਲਸਾ ਜੀ ਅੱਜ ਕੱਲ ਸੰਗਤਾਂ ਆਖਦੀਆਂ ਹਨ। ਬਦਰੀ केदार ओ देश उड़ीसे। अगले पासे मारा बद्रीनाथ केदारनाथ सारे पासे गए पातशाह। हुण संगतां ने उधर नहीं जाना भी बद्रीनाथ मत्था टेक के आइए मंदिर वाल। पातशाह ने सीधे रस्ते पाया उन्होंने खालसा जी। कईया दे मन विच महाराज बद्रीनाथ भी गए, चलो लभ के लाइए स्थान। स्थान तो लभना होई नहीं खालसा जी। पातशाह ने सीधे रस्ते पाणगे सारियां नूं। फिर महाराज खालसा उधरों बद्रीनाथ केदार वाल सारे पासे तो होंदे हुए महाराज जगन्नाथपुरी उड़ीसा वाल उधर चले गए। जगन्नाथ लख आगे बैसे। जिथे जगन्नाथ खालसा जी ये पावन स्थान है हिंदू धर्म दा, उथे भी महाराज जी ने आरती उचारण की। अखो सतनाम श्री वाह। अजकल असी कहंदे आ भी महाराज जी ने आरती दा खंडन किया। खंडन शब्द नहीं है। एक लकीर छोटी सी महाराज जी ने वड्डी नाल खिंच दी कि तुहाडी आरती सीमित है, रब दी आरती विशाल हो रही है। बस विशाल दी आरती करो, छोटे पासे क्यों रहने हो? एक थाल च दीवे जगा के मूर्ति सामने तुसी आरती करदे हो, तुहाडा मन तो उत्थे है नहीं। मन उत्थे है, फिर तो तुहाडी आरती विशाल दायरे च गिनी जाएगी। जे तुहाडा मन उत्थे नहीं तो फिर खालसा आरती नहीं। पातशाह कहंदे आरती पूजा एक दा तरीका है। एक नव दा भगती विच आरती करनी भगती। एक 9 तरह की भगती उन्हां विच खालसा आरती भगती गिनी जाती है। तो उस तो उत्ते है भगती प्रेम की भगती। गुरु पातशाह दे सिखां विच प्रेम की भगती है खालसा जी। जदों खालसा जी गुरु के प्यारे पढ़दे गगन में थाल रव चंद दीपक बने, तारका मंडल जनक मोती, धूप मल आन लो पवन चवरो करे, सगल बनराए फुलंत ज्योति, कैसी आरती होए पवखंडना तेरी आरती, अनहता शब्द वाजंत भेरी रहाओ। पाशा ने यह आरती खालसा उत्थे उचारण की।
ਉੱਥੇ ਪਖੰਡ ਦੂਰ ਕੀਤਾ ਮਹਾਰਾਜ ਨੇ। ਪਾਤਸ਼ਾਹ ਕਹਿੰਦੇ ਐਵੇਂ ਵਿਖਾਵਾ ਨਾ ਕਰੋ, ਜੋ ਸੱਚੇ ਦਿਲੋਂ ਜੋ ਆਰਤੀ ਕਰਨੀ ਆ ਉਹ ਕਰੋ। ਹਿੰਗ ਖਲੜ ਜਿਮ ਖਲੜ ਮੁਸਕਾਵੇ। ਜਿਵੇਂ ਖਾਲਸਾ ਜੀ ਹਿੰਗ ਕਿਸੇ ਖਲੜੀ ਚ ਹੁੰਦੀ ਹੈ ਨਾ, ਚਮੜੇ ਦੇ ਖਾਲਸਾ ਜੀ ਪਹਿਲਾਂ ਕੋਈ ਬਣੇ ਹੁੰਦੇ ਸਨ, ਖਾਲਸਾ ਜੀ ਭਾਂਡੇ ਜਾਂ ਕਹਿ ਲੋ ਚਮੜੇ ਦੇ ਕੋਈ ਥੈਲੇ ਬਣੇ ਹੁੰਦੇ ਸਨ, ਤੇ ਉਹਦੇ ਵਿੱਚੋਂ ਵੀ ਮੁਸ਼ਕ ਆਉਂਦੀ ਹੈ। ਸੱਚ ਹਿੰਗ ਕਉ ਢੂੰਡੀ ਨਾ ਪਾਵੇ। ਕਿਸੇ ਬੰਦੇ ਨੇ ਜਿਸ ਕੱਪੜੇ ਵਿੱਚ ਜਿਸ ਚਮੜੇ ਵਿੱਚ ਹਿੰਗ ਸੀ ਨਾ, ਉਹਨੂੰ ਸੂੰਘਦਾ ਰਿਹਾ ਵੀ ਹਿੰਗ ਇੱਥੇ ਵਿੱਚ ਹੈ, ਬੜੀ ਸੋਹਣੀ ਸੁਗੰਧੀ ਆ ਰਹੀ ਹੈ। ਸੱਚ ਹਿੰਗ ਨਹੀਂ ਕਿੱਥੇ ਲੱਭਦੀ ਪਈ ਸੀ। ਭਾਵ ਇਹਦਾ ਇੱਕ ਖਾਲਸਾ ਜੀ ਸੰਕੇਤ ਦੇ ਰਹੇ ਹਨ, ਪ੍ਰਤੀਕ ਦੇ ਰਹੇ ਹਨ ਕਿ ਸਾਰੇ ਪਾਸੇ ਪਖੰਡ ਦਾ ਬੋਲ ਬਾਲਾ ਸੀ, ਸੱਚ ਪਰਮਾਤਮਾ ਦਾ ਨਾਮ ਕਿੱਥੇ ਲੱਭਦਾ ਨਹੀਂ ਪਿਆ ਸੀ। ਖਾਲਸਾ ਜੀ ਜਿੱਧਰ ਜਿੱਧਰ ਗਏ ਬਾਹਰੋਂ ਬਾਹਰੋਂ ਪਖੰਡ, ਤੇ ਅੰਦਰ ਕੀ ਬਣੇ? ਸੱਜਣ ਬਣੇ ਹੋਏ। ਬਾਹਰੋਂ ਠੱਗ, ਆਖਣ ਨੂੰ ਠੱਗ ਤੇ ਹੈ ਵੀ ਠੱਗ ਸਨ, ਤੇ ਨਾਮ ਲੋਕਾਂ 'ਚ ਧਰਾਇਆ ਹੋਇਆ ਸੱਜਣ। ਤੇ ਐਸੇ ਸੱਜਣਾ ਨੂੰ ਮਹਾਰਾਜ ਹੁਣ ਅਸਲ ਹਿੰਗ ਨੂੰ ਪ੍ਰਗਟ ਕਰਨ ਲਈ ਗਏ ਹਨ। ਸੱਜਣ ਠੱਗ ਬੜ ਭਗਤ ਸਦਾਏ। ਇਹ ਸੱਜਣ ਠੱਗ ਦੇਖੋ ਕੈਸਾ ਹੈ, ਸੱਜਣ ਠੱਗ ਤੇ ਬਾਹਰੋਂ ਭਗਤ ਸਦਾਉਂਦਾ ਹੈ। ਬਾਹਰੋਂ ਸੁਗੰਧੀ ਆ ਰਹੀ ਹੈ, ਹਿੰਗ ਵਰਗੀ ਸੁਗੰਧੀ ਹੈ, ਪਰ ਚਮੜੇ ਵਿੱਚ ਹੈ। ਚਮੜੇ ਚ ਸੁਗੰਧੀ ਲਈ ਜਾਂਦੇ ਆ ਵੀ ਸੱਜਣ ਬੜਾ ਸੋਹਣਾ ਬੰਦਾ ਹੈ ਜੀ, ਭਗਤ ਹੈ ਜੀ। ਪਾਤਸ਼ਾਹ ਕਹਿੰਦੇ ਤਾਂ ਠੱਗ ਹੈ। ਭਗਤ ਓਲੇ ਗਲ ਲੋਕਨ ਕਟਾਏ। ਭਗਤੀ ਦੇ ਓਲੇ ਵਿੱਚ ਲੋਕਾਂ ਦਾ ਗਲਾ ਕੱਟਦਾ ਹੈ। ਭਗਤੀ ਤੈਨੂੰ ਸਿਆਰੀ ਹੈ, ਭਗਤੀ ਨੂੰ ਓਲੇ ਰੱਖ ਕੇ ਮਿਲਦਾ ਹੈ, ਲੰਗਰ ਪਾਣੀ ਮਿਲਦਾ ਹੈ, ਆਪ ਸਮਾਧੀ ਲਾਉਂਦਾ ਹੈ। ਸੱਜਣ ਠੱਗ ਤੇ ਲੋਕਾਂ ਦੇ ਗਲੇ ਵੱਢਦਾ ਹੈ, ਲੋਕਾਂ ਨੂੰ ਮਾਰਦਾ ਹੈ, ਮਾਰ ਕੇ ਦਬਾਉਂਦਾ ਹੈ, ਅਨੇਕ ਤਰ੍ਹਾਂ ਦੇ ਉਪਦਰਵ ਕਰਦਾ ਹੈ। ਪਾਤਸ਼ਾਹ ਕਹਿੰਦੇ ਇਹ ਹੈ ਅਸਲ ਪਖੰਡ, ਇਹਨੂੰ ਦੂਰ ਕਰੀਏ। ਦੋਹਰਾ ਸੋ ਸਤਿਗੁਰ ਜਾਏ ਸਿੱਖ ਕੀਏ, ਸਾਚੋ ਗਿਆਨ ਦ੍ਰਿੜਾਏ। ਉਹਨਾਂ ਨੂੰ ਸਾਰਿਆਂ ਨੂੰ ਮਹਾਰਾਜ ਨੇ ਸਿੱਖ ਬਣਾਇਆ। ਖਾਲਸਾ ਜੀ ਸਿੱਧੇ ਰਸਤੇ ਪਾਤਾ, ਸੱਚਾ ਮਾਰਗ ਦੱਸਿਆ। ਭਾਈ ਐਵੇਂ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਾਨਾ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਉਹ ਸੱਜਣਾ ਨਾਮ ਤੇਰਾ ਸੱਜਣ ਹੈ ਤੇ ਕਰਮ ਤੇਰੇ ਠੱਗਾਂ ਵਾਲੇ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਗੱਲ ਧਿਆਨ ਰੱਖੀਏ, ਕਿਸੇ ਦਾ ਕੋਈ ਵੀ ਨਾਮ ਹੈ, ਭਾਈ ਸਾਹਿਬ ਦਾ ਨਾਮ ਮਨਜੀਤ ਸਿੰਘ ਹੈ, ਕਿਸੇ ਦਾ ਗੁਰਮੁਖ ਸਿੰਘ ਹੈ, ਭੁਪਿੰਦਰ ਸਿੰਘ ਹੈ, ਸਭ ਦੇ ਨਾਮ ਹੈ। ਜਿਹਦਾ ਨਾਮ ਹੈ ਨਾ ਉਹ ਨਾਮ ਵਿੱਚ ਪੂਰਾ ਉਤਰੇ ਬਸ। ਜਿਹੜਾ ਪੂਰਾ ਨਹੀਂ ਉਤਰਦਾ ਉਹਦਾ ਜੀਵਨ ਬਿਰਥ ਹੈ, ਸਮਝ ਲੈਣਾ। ਕਿਉਂ ਜੀ? ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਮੁਖ ਵਾਕ ਦੁਆਰਾ ਨਾਮ ਰੱਖਿਆ ਜਾਂਦਾ ਹੈ। ਸੱਚ ਵਿੱਚੋਂ ਨਾਮ ਧਰਿਆ ਜਾ ਰਿਹਾ। ਜੋ ਨਾਮ ਧਰਿਆ ਜਾ ਰਿਹਾ ਨਾ, ਬੰਦਾ ਅਸਲ ਉਹੀ ਹੁੰਦਾ ਹੈ, ਅਸਲ ਉਹਦਾ ਜੀਵਨ। ਪਰ ਬਾਹਰੋਂ ਉਹਨੇ ਐਸੀ ਖਾਲਸਾ ਜੀਓ ਵਾਸ਼ਨਾਵਾਂ ਧਾਰਨ ਕਰ ਲੀਆਂ, ਆਪਣੇ ਨਾਮ ਨੂੰ ਬਦਨਾਮ ਕਰਤਾ। ਉਹਨੇ ਨਾਮ ਦੀ ਕਲਾ ਨੂੰ ਬਦਨਾਮ ਕਰਤਾ। ਜਿਹਦਾ ਨਾਮ ਗੁਰਮੁਖ ਹੈ ਉਹ ਗੁਰਮੁਖ ਬਣ ਕੇ ਰਵੇ, ਮਨਮੁਖ ਨਾ ਬਣੇ। ਜਿਹਦਾ ਨਾਮ ਸੱਜਣ ਹੈ ਉਹ ਸੱਜਣ ਮਿੱਤਰ ਬਣ ਕੇ ਰਵੇ, ਐਵੇਂ ਠੱਗੀਆਂ ਨਾ ਮਾਰੇ। ਪਾਤਸ਼ਾਹ ਕਹਿੰਦੇ ਇਹ ਨਾਮ ਦੀ ਬੜੀ ਵੱਡੀ ਕਲਾ ਹੁੰਦੀ ਖਾਲਸਾ ਜੀ। ਤਾਂ ਹੀ ਤਾਂ ਸਾਰੀ ਬਾਣੀ 'ਚ ਨਾਮ ਦੀ ਕਲਾ ਹੈ। ਹਰ ਇੱਕ ਸ਼ਬਦ ਵਿੱਚ ਨਾਮ। ਉਹ ਨਾਮ ਇਹ ਹੈ ਕਿ ਬੰਦਿਆ ਜੋ ਤੇਰਾ ਨਾਂ ਹੈ ਉਸ ਤੇ ਪੂਰਾ ਉਤਰੀ ਤਾਂ ਉਤਰੇਗਾ ਤੇ ਰੱਬ ਦਾ ਸਿਮਰਨ ਕਰੇਗਾ। ਪਾਤਸ਼ਾਹ ਕਹਿੰਦੇ ਨਾਮ ਤੇਰਾ ਸੱਜਣ ਹੈ, ਓਏ ਤੂੰ ਠੱਗੀਆਂ ਮਾਰਦਾ ਹੈ। ਤੇ ਮਹਾਰਾਜ ਜੀ ਨੇ ਉਹਨੂੰ ਵੀ ਸਿੱਧੇ ਰਸਤੇ ਪਾਇਆ। ਐਸੇ ਕੀਏ ਅਨੇਕ ਸਿੱਖ ਕੋ ਸਭ ਸਕੇ ਗਿਨਾਏ। ਇਸ ਤਰ੍ਹਾਂ ਦੇ ਅਨੇਕ ਸਿੱਖ ਬਣਾਏ ਪਾਤਸ਼ਾਹ ਨੇ। ਭੂਮੀਆਂ ਚੋਰ
ਚੋਰ ਨੂੰ ਪਾਤਸ਼ਾਹ ਨੇ ਸਿੱਧੇ ਰਸਤੇ ਪਾਇਆ ਵੀ 3 ਕੰਮ ਨਾ ਕਰੀ। ਕੀ? ਝੂਠ ਨਾ ਬੋਲਣੀ, ਚੋਰੀ ਕਰਨ ਵੇਲੇ ਧਿਆਨ ਰੱਖੀ ਕਿਸੇ ਗਰੀਬ ਦੇ ਘਰ ਨਾ ਚੋਰੀ ਕਰੀ, ਗਰੀਬ ਮਾਰ ਨਾ ਕਰੀ। ਤੀਜਾ, ਨਮਕ ਖਾ ਕੇ ਹਰਾਮ ਨਾ ਕਰੀ। ਕਹਿੰਦਾ 7 ਬਚਨ ਜੀ। ਅਸੀਂ ਤਾਂ ਰੋਜ਼ ਅਨੇਕ ਗੱਲਾਂ ਸੁਣਦੇ ਆ, ਸਾਡੇ ਪੱਲੇ ਇੱਕ ਵੀ ਗੱਲ ਨਹੀਂ ਪੈ ਰਹੀ ਖਾਲਸਾ ਜੀ। 3 ਗੱਲਾਂ ਉਹਨੇ ਸੁਣੀਆਂ ਜੀਵਨ ਵਿੱਚ ਬਸ। ਕੋਈ ਸੰਤ ਮਿਲਿਆ ਗੁਰੂ ਨਾਨਕ ਪਾਤਸ਼ਾਹ ਵਰਗਾ, ਉਹੀ ਮਹਾਰਾਜ। ਚੋਰੀ ਕਰਨ ਵੜਿਆ ਰਾਜੇ ਦੇ ਘਰ, ਵੱਡੇ ਬੰਦੇ ਦੇ ਘਰ। ਬਾਹਰ ਸੰਤਰੀ ਖੜੇ, ਪਹਿਰੇਦਾਰ ਖੜੇ। ਕਿੱਥੇ ਜਾ ਰਹੇ ਆ? ਚੋਰੀ ਕਰਨ ਜਾ ਰਹੇ ਆ। ਚੋਰ ਆ, ਸੱਚ ਬੋਲਿਆ, ਸੱਚ ਵੀ ਬੋਲਿਆ, ਗਰੀਬ ਮਾਰ ਵੀ ਨਹੀਂ ਕੀਤੀ। ਚੋਰੀ ਕਰਕੇ ਅੰਦਰ ਪੋਟਲੀ ਬੰਨ ਲਈ। ਹੁਣ ਸੋਚਿਆ ਬਾਹਰ ਪਹਿਰੇਦਾਰ ਆਣੇ ਵੀ ਕੋਈ ਚੋਰ ਇਹ ਨਹੀਂ ਕਹਿੰਦਾ ਵੀ ਜਿਹੜਾ ਚੋਰੀ ਕਰਨ ਜਾ ਰਹੇ ਆ ਇਹ ਰਾਜੇ ਦਾ ਖਾਸ ਬੰਦਾ, ਜਾਣ ਦੋ ਇਹਨੂੰ ਅੰਦਰ, ਕੋਈ ਗੱਲ ਨਹੀਂ। ਅੰਦਰ ਚਲਾ ਗਿਆ, ਸਾਰਾ ਚੋਰੀ ਕਰ ਲਈ ਉਹਨੇ। ਕੁਦਰਤੀ ਦੇਖੋ ਰੱਬ ਦੀ ਨੇਤ ਬਣੀ, ਉਹਨੂੰ ਭੁੱਖ ਲੱਗ ਗਈ। ਥੋੜਾ ਕੁਝ ਖਾਣ ਨੂੰ ਵੜਿਆ ਤੇ ਉਹਦੇ ਮੂੰਹ ਤੇ ਨਮਕ ਲੱਗ ਗਿਆ। ਯਾਦ ਆ ਗਏ ਨਮਕ ਖਾ ਕੇ ਹਰਾਮ ਨਹੀਂ ਕਰਨਾ। ਉਹ ਛੱਡ ਕੇ ਬਾਹਰ ਆਣ ਲੱਗਾ, ਪਕੜਿਆ ਗਿਆ। ਸੰਤਰੀ ਨੇ ਪਕੜ ਕੇ ਰਾਜੇ ਕੋਲ ਸਵੇਰੇ ਪੇਸ਼ ਕੀਤਾ ਗਿਆ। ਰਾਜਾ ਕਹਿੰਦਾ, ਸਾਰੀ ਗੱਲ ਸੁਣੀ ਉਹਨੇ, ਇਸ ਤਰ੍ਹਾਂ ਵੜਿਆ, ਇਸ ਤਰ੍ਹਾਂ ਚੋਰੀ ਕੀਤੀ। ਰਾਜਾ ਕਹਿਣ ਲੱਗਾ, ਬੰਦਿਆ ਦੱਸ, ਚੋਰੀ ਕਰਕੇ ਤੂੰ ਲੈ ਕੇ ਕਿਉਂ ਨਹੀਂ ਗਿਆ ਸੀ? ਕਹਿੰਦਾ, ਰਾਜਾ ਜੀ ਮੇਰੇ ਗੁਰੂ ਨੇ ਆਖਿਆ ਪਹਿਲੀ ਗੱਲ ਤਾਂ ਝੂਠ ਨਹੀਂ ਬੋਲਣਾ, ਮੈਂ ਸੱਚ ਬੋਲਿਆ। ਦੂਜੀ ਗੱਲ, ਗਰੀਬ ਮਾਰ ਨਹੀਂ ਕਰ। ਤੁਸੀਂ ਵੀਰ, ਤੁਹਾਨੂੰ ਕੀ ਫਿਕਰ ਹੈ? 1 2 ਲੱਖ ਤੁਹਾਡੇ ਕੋਲ ਲੈ ਜਾਵਾਂ, ਤੁਹਾਡੇ ਘਰ ਤਾਂ ਭੰਡਾਰੇ ਭਰੇ ਹੋਏ ਆ। ਸਮੁੰਦਰ ਵਿੱਚੋਂ ਜੇ ਇੱਕ ਬੂੰਦ ਲੈ ਲਓ, ਬੂੰਦ ਸਮੁੰਦਰ ਕੱਢੇਗਾ ਤਾਂ ਨਹੀਂ। ਤੁਹਾਡੇ ਕੋਲ ਅਰਬਾਂ ਖਰਬਾਂ ਰੁਪਇਆ ਹੈ, ਪੂਰਾ ਰਾਜ ਹੈ। ਜੇ 1 2 ਲੱਖ 4 ਲੱਖ 10 ਲੱਖ ਲੈ ਲਵਾਂ ਤੇ ਘਟਨਾ ਤੇ ਹੈ ਨਹੀਂ। ਗਰੀਬ ਦੇ ਘਰ ਕੁਝ ਹੈ ਨਹੀਂ, ਜੇ ਉਹਦੀ ਚੋਰੀ ਕਰਾਂਗਾ ਉਹਦਾ ਤੜਫੇਗਾ ਹੀ। ਤੇ ਤੀਜੀ ਗੱਲ, ਮੇਰੇ ਗੁਰੂ ਨੇ ਆਖਿਆ ਸੀ ਕਿ ਨਮਕ ਖਾ ਕੇ ਹਰਾਮ ਨਾ ਬਣੀ। ਰਾਜਾ ਜੀ ਮੇਰੇ ਗੁਰੂ ਦਾ ਵਚਨ ਹੈ, ਮੈਂ ਨਮਕ ਖਾ ਕੇ ਹਰਾਮ ਨਹੀਂ ਬਣਨਾ। ਤੁਹਾਡਾ ਨਮਕ ਖਾ ਲਿਆ ਸੀ, ਮੈਂ ਛੱਡ ਕੇ ਚਲਿਆ। ਰਾਜਾ ਕਹਿਣ ਲੱਗਾ, ਵਾਹ। ਰਾਜਾ ਨੇ ਉਹਨੇ ਚਰਨਾਂ ਤੇ ਮੱਥਾ ਟੇਕਿਆ। ਖਾਲਸਾ ਜੀ ਕਹਿਣ ਲੱਗਾ, ਤੇਰਾ ਗੁਰੂ ਕਿਹੜਾ ਹੈ? ਚੱਲ ਮੈਨੂੰ ਲੈ ਚਲੋ ਉਹਦੇ ਕੋਲ। ਗੁਰੂ ਨਾਨਕ ਪਾਤਸ਼ਾਹ ਕੋਲ ਆਏ ਤੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਦੋਵਾਂ ਨੇ। ਪਾਤਸ਼ਾਹ ਕਹਿੰਦੇ, ਮੇਰਾ ਸਿੱਖ ਨਹੀਂ ਰਾਜਾ, ਰਾਜਾ ਹੁਣ ਅੱਜ ਤੋਂ ਬਾਅਦ ਤੇਰਾ ਸਿੱਖ ਬਣੇਗਾ। ਭੂਮੀਏ ਚੋਰ ਜੀ, ਤੁਸੀਂ ਅਸਲ ਭੂਮੀਏ ਬਣ ਗਏ ਹੋ, ਅਸਲ ਧਰਤੀ ਦੇ ਮਾਲਕ ਤੁਸੀਂ ਬਣ ਗਏ ਹੋ। ਉਹਨੂੰ ਮਹਾਰਾਜ ਨੇ ਇੱਕ ਮੰਜੀ ਬਖਸ਼ਿਸ਼ ਕੀਤੀ। ਖਾਲਸਾ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਅਮਰਦਾਸ ਜੀ ਨੇ 22 ਮੰਜੀਆਂ ਬਖਸ਼ਿਸ਼ ਕੀਤੀਆਂ। ਉਸ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਨੇ ਕਈ ਮੰਜੀਆਂ ਬਖਸ਼ਿਸ਼ ਕਰਤੀਆਂ ਸੀ। ਖਾਲਸਾ ਜੀ ਨਾਮ ਨਹੀਂ ਰੱਖਿਆ ਮੰਜੀ ਦਾ ਉਹਦੇ। ਪਾਤਸ਼ਾਹ ਕਹਿੰਦੇ, ਚਲੋ ਪ੍ਰਚਾਰ ਕਰੋ ਭਾਈ, ਸਿੱਧੇ ਰਸਤੇ ਪਾਓ ਦੁਨੀਆ ਨੂੰ। ਇਹ ਭੂਮੀਆਂ, ਅਸੀਂ ਚੋਰ ਨਹੀਂ ਕਹਿਣਾ ਉਹਨੂੰ। ਖਾਲਸਾ ਜੀ ਨਾਮ ਚੋਰ ਪੈ ਗਿਆ, ਪਰ ਭੂਮੀਆਂ ਕਹਿਣਾ ਹੈ। ਸੱਜਣ ਠੱਗ ਅਸੀਂ ਨਹੀਂ ਕਹਿਣਾ। ਉਹ ਠੱਗ ਤਾਂ ਕਵੀ ਨੂੰ ਲਿਖਣਾ ਪੈਂਦਾ ਨਾ ਦੂਜੇ ਨੂੰ ਸਮਝਾਉਣ ਲਈ। ਤੁਹਾਨੂੰ ਸੱਜਣ ਹੈ ਗੁਰੂ ਕਾ ਪਿਆਰਾ, ਜਿਹਨੇ ਦਰਸ਼ਨ ਕਰ ਲਏ ਗੁਰੂ ਨਾਨਕ ਪਾਤਸ਼ਾਹ ਦੇ। ਕੀ ਬਣ ਗਿਆ ਹੋਣਾ ਖਾਲਸਾ ਜੀ? ਉਹ ਰੱਬ ਹੀ ਬਣ ਗਿਆ ਹੋਣਾ, ਜਿਹਦਾ ਨਾਮ ਬਾਣੀ ਵਿੱਚ ਆ ਗਿਆ। ਸੱਜਣ ਸਹੀ ਨਾਲ ਮੈਂ ਚਲਦਿਆ ਨਾਲ ਚਲਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਤੇ ਸਨ। ਉਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆ ਝੂਠ ਨਾ ਉਤਰੈ ਜੇ ਸੋ ਧੋਵਾਂ, ਤੇ ਸੱਜਣ ਸਹੀ ਨਾਲ ਮੈਂ ਚਲਦਿਆ ਨਾਲ। ਇਹ ਸ਼ਬਦ ਬਾਦਸ਼ਾਹ ਨੇ ਉਹਦੇ ਪਰਥਾਏ ਉਚਾਰਨ ਕੀਤਾ। ਇਸ ਤਰ੍ਹਾਂ ਮਹਾਰਾਜ ਜਿੱਥੇ ਜਿੱਥੇ ਗਏ ਵਲੀ ਕੰਧਾਰੀ ਉਹਦਾ ਬੇੜਾ ਪਾਰ ਕੀਤਾ। ਨੂਰ ਸ਼ਾਹ ਜਾਦੂਗਰਨੀ, ਖਾਲਸਾ ਜੀ ਅਸਾਮ ਦਾ ਇਲਾਕਾ, ਕਾਮਰੂਪ ਦੇਸ਼ ਦਾ ਇਲਾਕਾ, ਉੱਥੇ ਸਿੱਧੇ ਰਸਤੇ ਪਾਇਆ ਮਹਾਰਾਜ ਜੀ ਨੇ। ਜਿੱਧਰ ਜਿੱਧਰ ਗਏ ਮਹਾਰਾਜ ਨੇ ਸੱਚ ਨੂੰ ਪ੍ਰਗਟ ਕਰਕੇ ਬਾਹਰ ਰੱਖ ਦਿੱਤਾ ਹੈ। ਚੋਪਈ ਠੱਗੀ ਤੇ ਦੇ ਠੱਗ ਹਟਵਾਏ। ਜਿਹੜੇ ਠੱਗ ਸਨ ਉਹਨੂੰ ਠੱਗੀ ਤੋਂ ਪਰੇ ਕਰਤਾ। ਭਾਈ ਠੱਗੀ ਨਾ ਮਾਰੋ, ਅੱਜ ਅਸੀਂ ਛੱਡਦੇ ਨਹੀਂ ਖਾਲਸਾ ਜੀ। ਹਰ ਗੱਲ ਤੇ ਠੱਗੀ। ਪਾਤਸ਼ਾਹ ਕਹਿੰਦੇ, ਭਾਈ ਅੱਜ ਵੀ ਉਹੀ ਸਿੱਖਿਆ ਗੁਰੂ ਨਾਨਕ ਮਹਾਰਾਜ ਦੀ। ਮਤ ਸੋਚਣਾ ਗੱਲਾਂ ਚਲਦੀਆਂ ਬਾਬੇ ਆਦਮ ਦੀਆਂ, ਇਹ ਅੱਜ ਵੀ ਹੈ।
ਗੁਰੂ ਪਾਤਸ਼ਾਹ ਦਾ ਇਤਿਹਾਸ ਜੋ ਪਹਿਲਾਂ ਸੀ ਅੱਜ ਵੀ ਉਹੀ ਹੈ ਖਾਲਸਾ ਜੀਓ। ਗੁਰੂ ਦਾ ਇਤਿਹਾਸ ਬਾਣੀ ਦੇ ਆਧਾਰਿਤ ਹੈ ਤੇ ਬਾਣੀ ਤਾਂ ਤਰਈ ਕਾਲ ਆਬਾਦ ਹੈ, ਹਰ ਸਮੇਂ ਸਥਾਨ ਤੋਂ ਮੁਕਤ ਹੈ ਤੇ ਇਤਿਹਾਸ ਵੀ ਉਹੀ ਹੈ, ਸਿਧਾਂਤ ਵੀ ਉਹੀ ਹੈ। ਪਾਤਸ਼ਾਹ ਕਹਿੰਦੇ ਭਾਈ ਠੱਗੀ ਨਾ ਮਾਰੋ, ਕੁਰਾਹੋਂ ਮੁੜ ਸਵਰਾ ਦੀਏ ਪਾਏ। ਤੇ ਜਿਹੜੇ ਜਿਹੜੇ ਖਾਲਸਾ ਜੀਓ ਕੁੜਾਹੇ ਵੱਲ ਚੱਲ ਰਹੇ ਸਨ, ਭੈੜੇ ਰਾਹ ਵੱਲ, ਉਹਨਾਂ ਨੂੰ ਮਹਾਰਾਜ ਜੀ ਨੇ ਰਾਹ ਤੇ ਪਾ ਛੱਡਿਆ। ਸ਼ਬਦ ਸਾਖੀ ਸੱਚ ਦੀਨੇ ਲਾਏ। ਤੇ ਸ਼ਬਦ ਦਾ ਉਪਦੇਸ਼, ਸਾਖੀ ਦਾ ਅਰਥ ਹੈ ਉਪਦੇਸ਼, ਸ਼ਬਦ ਦਾ ਉਪਦੇਸ਼ ਦੇ ਕੇ ਮਹਾਰਾਜ ਜੀ ਨੇ ਸੱਚ ਨਾਲ ਜੋੜਿਆ। ਜਿਹੜਾ ਜਿਹੜਾ ਮਿਲਿਆ ਭਾਈ ਵਾਹਿਗੁਰੂ ਜਪ ਲੈ, ਸਿੱਧੇ ਰਸਤੇ ਪੈ। ਜਿਹੜੇ ਬੜੇ ਅੜੇ ਹੋਏ ਸਨ ਨਾ, ਅੱਗੇ ਜ਼ਿਕਰ ਆਵੇਗਾ, ਅੜੇ ਹੋਏ ਉਹ ਜਿਹੜੇ ਮੱਕੇ ਵਾਲੇ, ਉਹਨਾਂ ਨੂੰ ਫਿਰ ਖਾਲਸਾ ਫਿਰਿਆ ਮੱਕਾ ਕਲਾ ਦਿਖਾ ਰਹੇ ਤੇ ਕਲਾ ਦਿਖਾਣੀ ਪਈ। ਜਿਹੜੇ ਤਾਂ ਛੋਟੇ ਮੋਟੇ ਸਨ ਸਮਝਣ ਵਾਲੇ, ਸ਼ਬਦ ਦਾ ਰਸਤਾ ਦਿਖਾ ਕੇ ਭਾਈ ਇਸ ਤਰ੍ਹਾਂ ਜਪੋ, ਇਸ ਤਰ੍ਹਾਂ ਸਿੱਖਿਆ ਗ੍ਰਹਿਣ ਕਰੋ। ਜਿਹੜੇ ਨਹੀਂ ਮੰਨੇ ਤੇ ਉਹਨਾਂ ਨੂੰ ਮਹਾਰਾਜ ਨੇ ਥੋੜੀ ਕਲਾ ਵੀ ਵਿਖਾ ਛੱਡੀ। ਧਰਮਸਾਲ ਦਈ ਬੋਥਾਂ ਪਾਏ। ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ, ਬਹੁਤੀ ਥਾਵਾਂ ਤੇ ਪਾਤਸ਼ਾਹ ਕਹਿੰਦੇ ਭਾਈ ਧਰਮਸ਼ਾਲ ਬਣਾਓ, ਧਰਮ ਦਾ ਘਰ, ਜਿੱਥੇ ਸਾਰੇ ਬੈਠ ਕੇ ਰੱਬ ਦਾ ਸਿਮਰਨ ਕਰਿਆ ਕਰੋ। ਇੱਥੇ ਸਵੇਰੇ ਸ਼ਾਮ ਸੰਗਤ ਕਰਿਆ ਕਰੋ, ਦਿਨੇ 10-9 ਦੀ ਕਿਰਤ ਕਰਕੇ ਫਿਰ ਵੰਡ ਛਕਿਆ ਕਰੋ। ਕੋਈ ਦਿਨ ਆ ਜਾਵੇ ਉਸ ਦਿਨ ਰੱਬ ਨੂੰ ਯਾਦ ਕਰਿਆ ਕਰੋ। ਸਿੱਖ ਸੰਗਤ ਕੋ ਜੋੜ ਕਰਾਵੇ। ਤੇ ਉੱਥੇ ਜਿੱਥੇ ਧਰਮਸਾਲ ਹੈ, ਜਿਹੜੀ ਜਿਹੜੀ ਸੰਗਤਾਂ ਇਕੱਠੀਆਂ ਹੋਣਗੀਆਂ ਸਿੱਖਿਆ ਲੈਣ ਨੂੰ, ਉੱਥੇ ਤੁਹਾਡਾ ਜੋੜ ਮੇਲ ਹੋਵੇਗਾ। ਸਤਨਾਮ ਕੋ ਜਾਪ ਜਪਾਵੇ। ਤੇ ਇਸ ਧਰਮਸ਼ਾਲ ਵਿੱਚ ਪਾਤਸ਼ਾਹ ਕਹਿੰਦੇ ਭਾਈ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹਦਾ ਜਾਪ ਪਾਤਸ਼ਾਹ ਆਪ ਜਪਾਉਂਦੇ ਸਨ। ਜਦੋਂ ਪਾਤਸ਼ਾਹ ਕੇ ਸਿੱਖ ਬਣਾਉਣਾ ਹੈ ਨਾ, ਆਪਣੇ ਸੱਜੇ ਚਰਨਾਂ ਦਾ ਪਾਵਨ ਅੰਗੂਠਾ ਉਹਨੂੰ ਜਲ ਵਿੱਚ ਪਾਤਸ਼ਾਹ ਇਸ਼ਨਾਨ ਕਰਾ ਕੇ ਤੇ ਮਹਾਰਾਜ ਜੀ ਅੰਮ੍ਰਿਤ ਛਕਾਉਂਦੇ ਸਨ। ਲੋ ਵਿੱਚ ਛਕੋ ਭਾਈ। ਜਿਹੜਾ ਕੋਈ ਖਾਸ ਹੀ ਪਾਤਸ਼ਾਹ ਦੇ ਖਿਹੜੇ ਪੈ ਜੇ, ਨਹੀਂ ਮਹਾਰਾਜ ਤੁਹਾਡੀ ਸਿੱਖਿਆ ਲੈਣੀ। ਤੇ ਪਾਤਸ਼ਾਹ ਕਹਿੰਦੇ ਫਿਰ ਜਪ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਪਾਤਸ਼ਾਹ ਵਿੱਚ ਚਰਨ ਪੋਲ ਛਕਾਉਂਦੇ ਸਨ ਮਹਾਰਾਜ ਜੀ। ਇਸ ਤਰ੍ਹਾਂ ਮਹਾਰਾਜ ਜੀ ਨੇ ਜਿੱਥੇ ਜਿੱਥੇ ਗਏ ਇਹ ਚਰਨ ਪੋਲ ਦੀ ਦਾਤ ਬਖਸ਼ਿਸ਼ ਕੀਤੀ। ਔਰ ਖੁਲਾਏ ਕੈ ਪਿੱਛੇ ਖਾਏ। ਤੇ ਸਤਿਗੁਰ ਨੇ ਆਖਿਆ ਭਾਈ ਤੁਹਾਡੀ ਧਰਮਸ਼ਾਲ ਵਿੱਚ ਮਰਿਆਦਾ ਬਣੀ ਰਵੇ। ਪਹਿਲਾਂ ਸੰਗਤਾਂ ਨੂੰ ਚਕਾਓ, ਬਾਅਦ ਵਿੱਚ ਆਪ ਛਕਣਾ, ਨਹੀਂ ਪਹਿਲੇ ਥਾਲੀ ਲੈ ਕੇ ਆਪ ਹੀ ਬਹਿ ਜਾਓ। ਇਹ ਕੰਮ ਨਾ ਕਰਨਾ। ਇਹ ਖਾਲਸਾ ਸਿਧਾਂਤ ਹੈ, ਵਿਦਵਾਨਾਂ ਦਾ ਇਹ ਖਾਲਸਾ ਮਤਾ ਹੈ ਕਿ ਜਿੱਥੇ ਲੰਗਰ ਵਰਤਦਾ ਹੋਵੇ ਉਸ ਵਿੱਚ ਤੋਂ ਬਾਅਦ ਵੀ ਸਭ ਤੋਂ ਛਕੋ ਜਿਹੜੇ ਵਰਤਾਣ ਵਾਲੇ ਹਨ। ਇਹ ਨਹੀਂ ਪਹਿਲਾਂ ਆਪਣੀ ਬਾਲਟੀਆਂ ਭਰ ਕੇ ਲਗੋ ਕੇ ਰੱਖ ਲਓ, ਬਾਅਦ ਚੋਂ ਬਚੇ ਨਾ ਬਚੇ, ਸੰਤੋਖਤਾ ਹੋਵੇ ਉਹ ਹੋਰ ਬਣਾ ਲਓ। 1 ਮਿੰਟ ਲੱਗਦਾ ਦਾਲ ਬਣਾਉਣ ਨੂੰ, ਕਿੰਨਾ ਸਮਾਂ ਲੱਗਦਾ? 15 ਮਿੰਟ ਬਸ। ਮੂੰਗੀ ਮਸਰੀ ਦਾਲ ਨੂੰ 15 ਮਿੰਟ ਲੱਗਦੇ। ਕੁਛ ਵੀ ਨਹੀਂ ਬਣਿਆ, ਅਚਾਰ ਤਾਂ ਹੋਵੇਗਾ ਉਸ ਨਾਲ ਖਾ ਲਓ, ਉਹ ਨਮਕ ਤਾਂ ਹੋਵੇਗਾ, ਨਮਕ ਖਾ ਕੇ ਛਕ ਲਓ। ਪਾਤਸ਼ਾਹ ਦੇ ਸੰਤ ਮਹਾਤਮਾ ਸਿਧਾਂਤ ਇਹ ਹੈ ਕਿ ਲੰਗਰ ਵਰਤਾਣ ਤੋਂ ਬਾਅਦ ਜੇ ਬਚ ਗਿਆ ਨਾ, ਉਹ ਕੈਸਾ ਲੰਗਰ ਹੁੰਦਾ ਹੈ? ਉਹ ਅੰਮ੍ਰਿਤ ਹੀ ਹੁੰਦਾ ਹੈ ਬਸ। ਜਿਹੜਾ ਰੁੱਖਾ ਮਿੱਸਾ ਬਚ ਗਿਆ ਨਾ, ਉਹ ਖਾਲਸਾ ਹੀ ਵੱਖਰਾ ਹੀ ਆਨੰਦ ਹੁੰਦਾ ਉਹਦਾ। ਉਹ ਅਸਲ ਅੰਮ੍ਰਿਤ ਉਹੀ ਹੁੰਦਾ ਹੈ। ਪਾਤਸ਼ਾਹ ਕਹਿੰਦੇ ਮਰਿਆਦਾ ਇਸ ਤਰ੍ਹਾਂ ਰੱਖੋ, ਐਵੇਂ ਨਹੀਂ ਪਹਿਲਾਂ ਆਪਣਾ ਢਿੱਡ ਭਰ ਲਿਆ, ਪਹਿਲਾਂ ਮੈਂ ਭਰ ਲਵਾਂ ਬਾਅਦ ਵਿੱਚ ਵਰਤਾਵਾਂਗਾ। ਇਹ ਨਾ ਕਰੋ ਭਾਈ, ਕਿ ਪਹਿਲਾਂ ਸੰਗਤ ਨੂੰ ਚੁਕਾਓ, ਜਿਹੜੇ ਲੋੜਵੰਦ ਆਓ ਭਾਈ ਛਕੋ, ਤੇ ਫਿਰ ਤੁਸੀਂ ਬਾਅਦ ਵਿੱਚ ਛਕੋ ਜੀ। ਦਇਆ ਧਰਮ ਇਤਲਾਏ ਰਾਹੇ। ਦਇਆ ਨਾਲ ਜੋੜਿਆ, ਧਰਮ ਦੇ ਰਾਹ ਪਾਇਆ। ਪਾਤਸ਼ਾਹ ਕਹਿੰਦੇ ਸਾਰੇ ਜੀਆਂ ਤੇ ਦਇਆ ਕਰਿਆ ਕਰੋ ਤੇ ਆਪ ਧਰਮ ਦੀ ਕਿਰਤ ਕਰਕੇ ਨਾਮ ਜਪਿਆ ਕਰੋ। ਤਨ ਤਨ ਕਹੇ ਬਾਬੇ ਕੋ ਓਈ। ਤੇ ਜਿਹੜਾ ਜਿਹੜਾ ਗੁਰੂ ਨਾਨਕ ਪਾਤਸ਼ਾਹ ਨੂੰ ਇੱਕ ਵਾਰੀ ਮਿਲਿਆ ਨਾ, ਉਹਦੇ ਮੁਖ ਤੋਂ ਜ਼ਰੂਰ ਨਿਕਲਿਆ ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਗੁਰੂ ਨਾਨਕ ਪਾਤਸ਼ਾਹ
ਇੱਕ ਬਾਬਾ ਅਕਾਲ ਰੂਪ ਸਭ ਦੇ ਤੇ ਮੁਖ ਤੋਂ ਨਿਕਲਿਆ, ਕਈਆਂ ਦੇ ਮੁਸਲਮਾਨਾਂ ਦੇ ਮੁਖ ਤੋਂ ਨਿਕਲਿਆ, ਜਾਹਰ ਪੀਰ ਜਗਤ ਗੁਰ ਬਾਬਾ। ਸਭ ਨੇ ਆਖਿਆ ਧੰਨ ਗੁਰੂ ਨਾਨਕ ਮਹਾਰਾਜ, ਧੰਨ ਗੁਰੂ ਨਾਨਕ ਮਹਾਰਾਜ। ਵਾਹ ਵਾਹ ਗੁਰ ਆਖੇ ਤੋਈ। ਤੇ ਸਾਰੇ ਕਹਿਣ ਲੱਗੇ ਪਾਤਸ਼ਾਹ ਜੀ ਤੁਸੀਂ ਤਾਂ ਵਾਹ ਹੋ। ਵਾਹ ਕਹਿੰਦੇ ਅਸ਼ਰਦ ਪਰਮਾਤਮਾ ਰੂਪ, ਵਾਹ ਵਾਹ। ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਵਾਹ ਵਾਹ ਹੀ ਕਹਿਣ ਲੱਗੇ, ਤਾਂ ਹੀ ਨਾਮ ਵਾਹਿਗੁਰੂ ਪੈ ਗਿਆ ਪਾਤਸ਼ਾਹ ਦਾ। ਪਾਤਸ਼ਾਹ ਨੇ ਐਸਾ ਵਾਹਿਗੁਰੂ ਜਪਾਇਆ ਕਿ ਪਹਿਲਾਂ ਵਾਹ ਵਾਹ ਦਾ ਸਿਮਰਨ ਆਪ ਕੀਤਾ ਪਾਤਸ਼ਾਹ ਨੇ। ਇੱਕ ਪਾਵਨ ਗ੍ਰੰਥ ਹੈ ਸ੍ਰੀ ਸਰਬਲੋਕ ਗ੍ਰੰਥ, ਉਸ ਵਿੱਚ ਜ਼ਿਕਰ ਆਉਂਦਾ ਕਲਬ ਕਲਬ ਪ੍ਰਤੀ ਅਕਸ਼ਰ ਕਹੀ, ਸ੍ਰੀ ਗੁਰੂ ਨਾਨਕ ਜਾਪਿਓ ਸਹੀ, ਸਾ ਮੰਤਰ ਪ੍ਰਭ ਖਾਲਸਾ ਦੀਨਾ, ਵਾਹਿਗੁਰੂ ਪਦ ਬਿਮਲ ਸੁਖੀਨਾ। ਮਹਾਰਾਜ ਜੀ ਨੇ ਆਪ ਇੱਕ ਇੱਕ ਅੱਖਰ ਦਾ ਖਾਲਸਾ ਜੀ ਇੱਕ ਇੱਕ ਕਲਬ ਜਾਪ ਕੀਤਾ। ਫਿਰ ਪਹਿਲੇ ਮਹਾਰਾਜ ਜੀ ਨੇ ਅਕਾਲ ਪੁਰਖ ਸਮਾਧੀ ਵਿੱਚ ਅਵਸਥਾ ਚ, ਤੇ ਫਿਰ ਉਹ ਮੰਤਰ ਜਿਹੜਾ ਵਾਹਿਗੁਰੂ ਬਣਿਆ ਉਹ ਆਪਣੀ ਸੰਗਤਾਂ ਨੂੰ ਬਖਸ਼ਿਸ਼ ਕੀਤਾ ਖਾਲਸਾ ਜੀ। ਪਾਤਸ਼ਾਹ ਕਹਿੰਦੇ ਐਸਾ ਵਾਹਿਗੁਰੂ ਇਹ ਗੁਰਮੰਤਰ ਹੈ, ਹਮਕੋ ਕੂੜੋ ਦਿਓ ਹਟਵਾਏ। ਜਿਨ੍ਹਾਂ ਜਿਨ੍ਹਾਂ ਨੇ ਵਾਹਿਗੁਰੂ ਗੁਰਮੰਤਰ ਸੁਣਿਆ ਕਹਿਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ ਤੁਸੀਂ ਸਾਨੂੰ ਝੂਠ ਤੋਂ ਦੂਰ ਕਰਕੇ ਸੱਚ ਨਾਲ ਜੋੜ ਛੱਡਿਆ ਹੈ। ਅਸੀਂ ਝੂਠ ਦੇ ਮਗਰ ਲੱਗੇ ਸੀ, ਠੱਗੀਆਂ ਮਾਰਦੇ ਸੀ, ਚੋਰੀਆਂ ਕਰਦੇ ਸੀ, ਪਾਪ ਕਰਦੇ ਸੀ, ਲੋਕਾਂ ਦਾ ਗਲਾ ਵੜਦੇ ਸੀ, ਤੇ ਇਧਰ ਖਾਲਸਾ ਜੀਓ ਕੋਡਾ ਰਾਖਸ਼ ਲੋਕਾਂ ਨੂੰ ਮਾਰ ਮਾਰ ਕੇ ਬੁਰਾ ਹਾਲ ਕਰਦਾ ਸੀ। ਤੇ ਖਾਲਸਾ ਜੀ ਉਹਨੂੰ ਵੀ ਮਹਾਰਾਜ ਨੇ ਸਿੱਧੇ ਰਸਤੇ ਪਾਇਆ। ਉਹ ਸਾਰੇ ਕਹਿਣ ਲੱਗੇ ਧੰਨ ਗੁਰੂ ਨਾਨਕ ਪਾਤਸ਼ਾਹ ਅਸੀਂ ਤਾਂ ਝੂਠ ਦਾ ਵਪਾਰ ਕਰਦੇ ਸੀ। ਸਤ ਸ਼ਬਦ ਹਮ ਦੀਨੇ ਲਾਏ। ਤੁਸੀਂ ਸਾਨੂੰ ਸੱਚੇ ਸ਼ਬਦ ਨਾਲ ਜੋੜਿਆ, ਵਾਹਿਗੁਰੂ ਸ਼ਬਦ ਨਾਲ ਜੋੜ ਕੇ ਸਾਨੂੰ ਸੱਚ ਨਾਲ ਹੀ ਜੋੜ ਛੱਡਿਆ। ਦੇਸ ਬੰਗਾਲੇ ਉਹ ਕਾਵਰੂ ਦੇਸ। ਤੇ ਬੰਗਾਲ ਦਾ ਇਲਾਕਾ ਖਾਲਸਾ ਜੀ, ਢਾਕਾ ਜਿੱਥੇ ਅੱਜ ਦਾ ਇਲਾਕਾ ਹੈ, ਉਧਰ ਵੀ ਮਹਾਰਾਜ ਜੀ ਨੇ ਚਰਨ ਪਾਏ। ਤੇ ਕਾਮਰੂਪ ਦੇਸ਼ ਦਾ ਇਲਾਕਾ ਜਿੱਥੇ ਨੂਰ ਸ਼ਾਹ ਜਾਦੂਗਰਨੀ ਹੈ। ਲੰਘ ਗਏ ਰਾਜ ਤ੍ਰਿਆ ਦੇਸ਼। ਜਿੱਥੇ ਤ੍ਰਿਆ ਦੇਸ਼ ਹੈ ਖਾਲਸਾ, ਤ੍ਰਿਆ ਪ੍ਰਧਾਨ ਦੇਸ਼। ਇਸ ਇਲਾਕੇ ਵਿੱਚ ਸਭ ਤੋਂ ਜ਼ਿਆਦਾ ਕਾਮ ਦੀ ਵਾਸ਼ਨਾ ਸੀ। ਇੱਥੇ ਦੀ ਹਰ ਬੇਵਿਚਾਰਨ ਇਸਤਰੀ ਕੋਲ 4-4 ਬੰਦੇ ਘੱਟੋ ਘੱਟ। ਚਲੋ ਗੁਰੂ ਨਾਨਕ ਪਾਤਸ਼ਾਹ ਵੀ ਹੁਣ ਉਹਨਾਂ ਨੂੰ ਸਿੱਧੇ ਰਸਤੇ ਪਾਉਣ ਲਈ ਉਧਰ ਚਲੇ ਗਏ। ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਜੀ ਭੁੱਖ ਲੱਗੀ ਹੈ, ਬੜਾ ਵੱਡਾ ਸ਼ਹਿਰ ਆ ਰਿਹਾ ਹੈ, ਕੁਝ ਖਾਵਾਂ। ਪਾਤਸ਼ਾਹ ਕਹਿੰਦੇ ਮਰਦਾਨਿਆ ਨਾ ਜਾਈ, ਤੈਨੂੰ ਖਾ ਜਾਣਗੀਆਂ। ਕਹਿੰਦਾ ਮਹਾਰਾਜ ਭੁੱਖ ਲੱਗੀ, ਕੁਝ ਤਾਂ ਖਾਣ ਦਿਓ। ਤੁਸੀਂ ਤਾਂ ਖਾਂਦੇ ਨਹੀਂ, ਤੁਸੀਂ ਤਾਂ ਪਾਉਣ ਆ ਰਹੀ ਹੋ, ਤੇ ਮਹਾਰਾਜ ਮੈਨੂੰ ਤਾਂ ਛਕਣ ਦਿਓ ਕੁਝ। ਪਾਤਸ਼ਾਹ ਕਹਿੰਦੇ ਜਾ ਮਰਦਾਨਿਆ ਛਕਿਆ। ਫਿਰ ਛਕਣ ਗਿਆ। 4 ਬੀਬੀਆਂ ਇਕੱਠੀਆਂ ਗੱਲਾਂ ਕਰਦੇ ਪਈਆਂ। ਮਰਦਾਨਾ ਜੀ ਆਏ, 2 ਕਹਿਣ ਲੱਗੀਆਂ ਵੀ ਇਹ ਤਾਂ ਮੈਂ ਵਰਾਂਗੀ, ਦੂਜੀ ਕਹਿਣ ਲੱਗੀ ਮੈਂ ਵਰਾਂਗੀ, ਤੀਜੀ ਕਹਿਣ ਲੱਗੀ ਮੈਂ ਵਰਾਂਗੀ, ਚੌਥੀ ਕਹਿਣ ਲੱਗੀ ਮੈਂ ਵਰਾਂਗੀ, ਭਾਵ ਇਸ ਨਾਲ ਵਿਚਾਰ ਕਰਾਂਗੀ। 2 ਭੱਜ ਕੇ ਅੱਗੇ ਆਈਆਂ। ਦੋਵਾਂ ਚੋਂ ਇੱਕ ਨੇ ਮਰਦਾਨੇ ਦੇ ਗਲ ਵਿੱਚ ਮੰਤਰ ਪੜ ਕੇ ਨਾ ਰੱਸੀ ਜਿਹੀ ਪਾ ਛੱਡੀ, ਉਹਨੂੰ ਭੇਡੂ ਬਣਾ ਛੱਡਿਆ। ਮਰਦਾਨਾ ਹੁਣ ਖਾਲਸਾ ਜੀਓ ਭੇਡੂ ਬਣ ਤਾਂ ਗਿਆ, ਪਰ ਸੁਰਤੀ ਹੈ, ਕਿਉਂਕਿ ਪਾਤਸ਼ਾਹ ਦਾ ਸੰਗ ਕੀਤਾ ਸੀ। ਮਹਾਰਾਜ ਕੋਤਕ ਵੀ ਮਹਾਰਾਜ ਨੇ ਆਪ ਵਰਤਾਇਆ ਸੀ। ਉਹ ਧਿਆਨ ਰੱਖਣਾ ਜਿਹੜੇ ਗੁਰੂ ਨਾਨਕ ਮਹਾਰਾਜ ਨਾਲ ਰਹੇ ਉਹ ਭੇਡੂ ਨਹੀਂ ਬਣ ਸਕਦੇ, ਪਰ ਮਹਾਰਾਜ ਜੀ ਨੇ ਉਹਨਾਂ ਨੂੰ ਬੀਬੀਆਂ ਨੂੰ ਸੁਧਾਰਨ ਲਈ ਇਹ ਸਾਰਾ ਕੋਤਕ ਆਪ ਵਰਤਾਇਆ ਸੀ ਪਾਤਸ਼ਾਹ ਨੇ। ਚਲੋ ਮਰਦਾਨੇ ਸੋਝੀ ਪੂਰੀ ਹੈ ਕਿ ਮਹਾਰਾਜ ਤੁਹਾਡੇ ਤੋਂ ਵਿਛੜ ਕੇ ਮੇਰਾ ਇਹ ਹਾਲ ਹੋ ਗਿਆ। ਪੈਰ ਮਾਰਦਾ ਹੈ ਖਾਲਸਾ ਜੀ, ਕਦੇ ਕੀ ਕਰਦਾ ਹੈ। ਤੇ ਉਧਰ ਮਹਾਰਾਜ ਕਹਿਣ ਲੱਗੇ ਮਰਦਾਨਾ ਬਾਲਾ ਜੀ, ਮਰਦਾਨਾ ਨਹੀਂ ਅਜੇ ਤੱਕ ਆਇਆ। ਬਾਲਾ ਕਹਿਣ ਲੱਗਾ ਪਾਸ਼ਾ ਪਤਾ ਕਰੀਏ। ਤੇ ਜਦੋਂ ਗਏ ਨਾ ਖਾਲਸਾ ਜੀ ਉਹ, ਤੇ ਮਰਦਾਨੇ ਨੇ ਦੇਖ ਲਿਆ ਭੇਡੂ ਬਣਿਆ ਸੀ, ਸੋਝੀ ਪੂਰੀ ਸੀ। ਥੋੜੇ ਹੋਰ ਪੈਰ ਮਾਰੇ ਵੀ ਮਹਾਰਾਜ ਮੈਂ ਇੱਥੇ ਹੀ ਹਾਂ। ਤੇ ਪਾਤਸ਼ਾਹ ਅੱਗੇ ਵਧੇ, ਕਹਿਣਗੇ ਸਾਡਾ ਇੱਥੇ ਬੰਦਾ ਆਇਆ ਸੀ। ਉਹ 4 ਬੀਬੀਆਂ ਗੱਲਾਂ ਕਰਦੇ, ਕਹਿੰਦੇ 2 ਆ ਗਏ ਹਨ, ਦੋਵਾਂ ਨੂੰ ਵਰੀਏ ਸੀ। 2 ਅੱਗੇ ਵਧੀਆਂ। ਇੱਕ ਭਾਈ ਬਾਲੇ ਜੀ ਦੇ ਗਲ ਵਿੱਚ ਰੱਸੀ ਪਾਉਣ ਲੱਗੀ ਮੰਤਰ ਪੜ ਕੇ, ਦੂਜੀ
ਗੁਰੂ ਨਾਨਕ ਪਾਤਸ਼ਾਹ ਦੇ। ਉਹ ਦੋਵੇਂ ਆਪ ਖਾਲਸੇ ਕੁੱਤੀ ਬਣ ਗਈ, ਇੱਕ ਹੋਰ ਜਾਨਵਰ ਜੂਨ 'ਚ ਪੈ ਗਈ। ਗੁਰੂ ਪਾਤਸ਼ਾਹ ਦੇ ਗਲੇ ਵਿੱਚ ਕੋਈ ਮੰਤਰ ਚੰਤਰ ਨਹੀਂ ਚੱਲਦਾ ਖਾਲਸਾ ਜੀ। ਇੱਥੇ ਗੁਰਦੇਵ ਮੰਤਰ ਨਿਰੋਧਰਾ, ਗੁਰਦੇਵ ਜਿਹੜਾ ਵਾਹਿਗੁਰੂ ਮੰਤਰ ਹੈ ਸਭ ਨੂੰ ਕਾਬੂ ਕਰਨ ਵਾਲਾ ਹੈ। ਪਾਤਸ਼ਾਹ ਨੇ ਜਦੋਂ ਸਭ ਨੂੰ ਖਾਲਸਾ ਕਾਬੂ ਕਰ, ਦੋ ਭੱਜ ਗਈਆਂ ਫਟਾਫਟ ਕਿ ਕੌਣ ਆ ਗਿਆ। ਜਦੋਂ ਖਬਰ ਫੈਲੀ ਸਾਰੇ ਪਾਸੇ, ਉਹਨਾਂ ਦੇ ਘਰ ਵਾਲੇ ਆ ਕੇ ਕਹਿਣ ਲੱਗੇ ਮਹਾਰਾਜ ਕਿਰਪਾ ਕਰੋ। ਪਾਤਸ਼ਾਹ ਕਹਿੰਦੇ ਧਰਮਸ਼ਾਲ ਬਣਾਓ, ਐਵੇਂ ਪਖੰਡ ਨਾ ਕਰੋ। ਤੁਹਾਡੇ ਇਲਾਕੇ 'ਚ ਬੜਾ ਕਾਮ ਪ੍ਰਚਾਰ ਹੈ, ਕਾਮਰੂਪ ਦੇਸ਼ ਹੈ, ਇੱਥੇ ਕਾਮ ਹੀ ਵਰਤਾ ਸਾਰਾ ਦਿਨ, ਬੇਵਿਚਾਰ ਕਰਦੇ ਹੋ। ਉਹ ਸਿੱਧੇ ਰਸਤੇ ਪੋ, ਤੇ ਫਿਰ ਸਿੱਧੇ ਰਸਤੇ ਪਾਇਆ ਪਾਤਸ਼ਾਹ ਨੇ। ਇਸ ਤਰ੍ਹਾਂ ਮਹਾਰਾਜ ਜਿੱਥੇ ਜਿੱਥੇ ਗਏ, ਉਹ ਨੂਰ ਸ਼ਾਹ ਜਾਦੂਗਰੜੀ ਨੂੰ ਵੀ ਮਹਾਰਾਜ ਨੇ ਸਿੱਧੇ ਰਸਤੇ ਪਾਇਆ, ਉਹਨੂੰ ਬਣਾਇਆ ਪ੍ਰਚਾਰਕ ਉਸ ਇਲਾਕੇ ਦਾ। ਬੇਟੀ ਐਵੇਂ ਨਾ ਕਰਿਆ ਕਰ, ਕਾਮ ਦੀ ਵਾਸ਼ਨਾ ਕਿਤਨੇ ਸਮੇਂ ਰਹੇਗੀ? 2-4 ਸਾਲ, 10 ਸਾਲ, 20 ਸਾਲ, 50 ਸਾਲ। ਨਾਮ ਦਾ ਰਸਤਾ ਹਰ ਵੇਲੇ ਰਹਿਣਾ ਹੈ। शिव नाभ देश को राजा कहें। ਤੇ ਖਾਲਸਾ ਜੀ ਫਿਰ ਬਾਦਸ਼ਾਹ ਸ਼ਿਵਨਾਭ ਦੀ ਨਗਰੀ ਵੱਲ ਚਲੇ ਗਏ। ਹੁਣ ਇੱਥੇ ਕਵੀ ਜੀ ਸੰਖੇਪ ਜੇ ਸਾਰੇ ਨਾਮ ਦੱਸ ਰਹੇ ਨੇ, ਕਿਉਂਕਿ ਸਾਰੀ ਵਾਰਤਾ ਪਿੱਛੇ ਖਾਲਸਾ ਜੀ ਜਨਮ ਸਾਖੀਆਂ ਵਿੱਚ ਹੈ, ਮਹਿਮਾ ਪ੍ਰਕਾਸ਼ ਵਿੱਚ ਹੈ, ਜਾਂ ਫਿਰ ਆਪ ਜੀ ਸ਼ਰਵਣ ਕਰਦੇ ਹੋ ਗੁਰੂ ਨਾਨਕ ਪ੍ਰਕਾਸ਼ ਗ੍ਰੰਥ, ਉਹ ਸਾਰੀ ਵਾਰਤਾ ਖੋਲ ਕੇ ਲਿਖੀ ਹੈ। ਤੇ ਫਿਰ ਗੁਰੂ ਨਾਨਕ ਪਾਤਸ਼ਾਹ ਸ਼ਿਵਨਾਭ ਦੇ ਇਲਾਕੇ ਵਿੱਚ ਗਏ, ਜਿੱਥੇ ਪਹਿਲਾਂ ਭਾਈ ਮਨਸੁਖ ਜੀ ਗਏ ਸਨ। ਖਾਲਸਾ ਜੀ, ਭਾਈ ਮਨਸੁਖ ਖਾਲਸਾ ਜੀ ਗੁਰੂ ਕਾ ਪਿਆਰਾ, ਲਾਹੌਰ ਦਾ ਰਹਿਣ ਵਾਲਾ, ਜਿਹਨੂੰ ਜਾਗਰਤੀ ਲਾਈ ਭਾਈ ਭਗੀਰਥ ਨੇ। ਮਲਸੀਹਾ ਪਿੰਡ ਦੇ ਭਾਈ ਭਗੀਰਥ ਜੀ ਸਨ, ਜਿਹੜੇ ਦੇਵੀ ਦੇ ਉਪਾਸਕ ਸਨ। ਉਹ ਆਪ ਤਾਂ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੇ, ਫਿਰ ਭਾਈ ਮਨਸੁਖ ਨੂੰ ਜੋੜਿਆ। ਦੇਖੋ ਕਿਵੇਂ ਚੈਨ ਬਣੀ। ਪਹਿਲਾਂ ਭਾਈ ਭਗੀਰਥ ਗੁਰੂ ਨਾਨਕ ਪਾਤਸ਼ਾਹ ਨਾਲ ਜੁੜਿਆ, ਭਾਈ ਭਗੀਰਥ ਨੇ ਅੱਗੇ ਜੋੜਿਆ ਭਾਈ ਮਨਸੁਖ ਨੂੰ ਗੁਰੂ ਨਾਨਕ ਮਹਾਰਾਜ ਨਾਲ। ਭਾਈ ਮਨਸੁਖ ਵਪਾਰ ਕਰਨ ਵਾਸਤੇ ਖਾਲਸਾ ਜੀ ਜਦੋਂ ਸਿੰਗਲਾ ਦੀਪ ਗਿਆ, ਇਹਨੂੰ ਪਾਤਸ਼ਾਹ ਨੇ ਆਖਿਆ ਵੀ ਭਾਈ ਮਨਸੁਖ ਜੀ, ਤੁਸੀਂ ਰੋਜ਼ ਦਾ ਨੇਮ ਇਹ ਕਰਨਾ, ਸਵੇਰੇ ਭਜਨ ਬੰਦਗੀ ਕਰਕੇ ਰੋਜ਼ ਦੇਗ ਤਿਆਰ ਕਰਕੇ ਸੰਗਤ ਦੀ ਵਰਤਾਣੀ ਹੈ, ਬਸ ਤੁਹਾਡੀ ਇਹੀ ਸੇਵਾ ਹੈ। ਮਨਸੁਖ ਉੱਥੇ ਗਿਆ, ਇਕਾਦਸ਼ੀ ਦਾ ਉੱਥੇ ਵਰਤ ਰੱਖਿਆ, ਕੋਈ ਚੂਲਾ ਨਾ ਬਾਲੇ, ਤੇ ਭਾਈ ਮਨਸੁਖ ਨੇ ਚੂਲਾ ਬਾਲਿਆ, ਦੇਗ ਵਰਤਾਈ। ਤੇ ਇਹ ਗੱਲ ਸਾਰੇ ਪਾਸੇ ਫੈਲ ਗਈ ਵੀ ਇੱਕ ਹਿੰਦੂ ਆਇਆ ਹੈ ਜਿਹਨੇ ਸਾਡੇ ਇਲਾਕੇ ਵਿੱਚ ਨਾ ਕੋਈ ਮੰਤਰ ਨਾ ਕੋਈ ਵਰਤ ਰੱਖਿਆ, ਇਹ ਤੇ ਚੂਲਾ ਬਾਲਿਆ। ਤੇ ਉੱਥੇ ਬੜੀ ਵੱਡੀ ਗੋਸ਼ਟ ਹੋਈ, ਤੇ ਭਾਈ ਸਾਹਿਬ ਨੇ ਖਾਲਸਾ ਸਭ ਨੂੰ ਦੱਸਿਆ ਵੀ ਮੇਰੇ ਗੁਰੂ ਨੇ ਮੈਨੂੰ ਦੱਸਿਆ, ਮਰਿਆਦਾ ਦੱਸੀ ਹੈ ਕਿ ਸਵੇਰੇ ਉੱਠ ਕੇ ਮਰਿਆਦਾ ਨਿਭਾਣੀ ਹੈ। ਜਦੋਂ ਸ਼ਬਦ ਦੱਸੇ ਤੇ ਸਿੰਗਲਾ ਦੀਪ ਦਾ ਰਾਜਾ ਸ਼ਿਵਨਾਭ ਵੀ ਸਿੱਧੇ ਰਸਤੇ ਪੈ ਗਿਆ। ਕਹਿੰਦਾ ਮੈਨੂੰ ਵੀ ਲੈ ਚਲੋ ਪਾਤਸ਼ਾਹ ਕੋਲ। ਉਹ ਕਹਿਣ ਲੱਗੇ ਨਹੀਂ, ਸੱਚੇ ਦਿਲੋਂ ਯਾਦ ਕਰੋ, ਇੱਥੇ ਹੀ ਆਉਣਗੇ ਗੁਰੂ ਨਾਨਕ ਪਾਤਸ਼ਾਹ। ਗੁਰੂ ਪਾਤਸ਼ਾਹ ਕੋਲ ਜਾਣ ਦੀ ਲੋੜ ਨਹੀਂ, ਤੁਸੀਂ ਇੱਥੇ ਹੀ ਕਰੋ ਆਪਣਾ ਕਾਰਜ। ਫਿਰ ਗੁਰੂ ਨਾਨਕ ਮਹਾਰਾਜ ਉਹਦੀ ਭਗਤੀ ਨੂੰ ਪੂਰਾ ਕਰਨ ਲਈ, ਉਹਦੇ ਪ੍ਰੇਮ ਦੀ ਅਵਸਥਾ ਦੇਖ ਕੇ ਮਹਾਰਾਜ ਸ਼ਿਵਨਾਮ ਨਗਰੀ ਵਿੱਚ ਗਏ। ਤਹਿ ਜਾ ਸਤਗੁਰ ਸਿੱਖ ਬਨਵਾਏ। ਤੇ ਉੱਥੇ ਜਾ ਕੇ ਪਹਿਲੇ ਖਾਲਸੇ ਮਹਾਰਾਜ ਨੇ ਬਾਗ ਵਿੱਚ ਡੇਰਾ ਲਾਇਆ। ਤੇ ਉਸ ਤੋਂ ਪਹਿਲਾਂ ਵੀ ਬੜੇ ਬੜੇ ਸਾਧੂ ਮਹਾਤਮਾ ਰਾਜੇ ਸ਼ਿਵਨਾਮ ਕੋਲ ਆਉਂਦੇ ਰਹੇ ਵੀ ਅਸੀਂ ਨਾਨਕਾ, ਅਸੀਂ ਨਾਨਕਾ। ਰਾਜੇ ਨੇ ਸਭ ਨੂੰ ਪਰਖਿਆ ਪਰ ਕੋਈ ਨਾ ਪੂਰਾ ਉਤਰਿਆ। ਪਹਿਲੇ ਸਭ ਨੂੰ ਲਾਲਚ ਦਿੱਤੇ, ਫਿਰ ਤਰੀਆ ਇਸਤਰੀਆਂ ਭੇਜੀਆਂ, ਪਦਮਨੀ ਇਸਤਰੀਆਂ, ਸਾਰੇ ਡਾਵਾਂਡੋਲ ਹੋ ਗਏ। ਜਦੋਂ ਗੁਰੂ ਨਾਨਕ ਪਾਤਸ਼ਾਹ ਗਏ ਉੱਥੇ ਖਾਲਸਾ ਜੀ, ਉੱਥੇ ਸੂਕੇ ਹਰੇ ਕੀਏ ਖਿਨ ਮਾਹੇ, ਸੁੱਕਾ ਬਾਗ ਹਰਿਆ ਹੋ ਗਿਆ। ਉਹਦਾ ਇੱਕ ਖਾਲਸਾ ਜੀ ਨੌਕਰ ਸੀ ਪਰਸ਼ੂਰਾਮ, ਉਹਨੇ ਵੇਖਿਆ ਵੀ ਕੀ ਬਾਗ ਹਰਿਆ ਭਰਿਆ ਹੋ ਗਿਆ। ਭੱਜ ਕੇ ਰਾਜੇ ਕੋਲ ਗਿਆ, ਰਾਜਾ ਜੀ ਕੋਈ ਸੰਤ ਮਹਾਤਮਾ ਆਏ ਹਨ, ਆਪਣਾ ਸੁੱਕਾ ਬਾਗ ਹਰਿਆ ਭਰਿਆ ਹੋ ਗਿਆ। ਰਾਜਾ ਕਹਿਣ ਲੈ ਜਾਓ ਵੀ ਉਹਨਾਂ ਕੋਲ ਪ੍ਰਸ਼ਾਦ ਲੈ ਕੇ ਜਾਓ। ਉਹਨਾਂ ਮੰਤਰੀ ਭੇਜਿਆ ਆਪਣਾ, ਜਾਓ ਮੰਤਰੀ ਪਰਸ਼ੂਰਾਮ ਤੁਸੀਂ ਜਾਓ। ਮੰਤਰੀ ਵਜ਼ੀਰ ਆਇਆ, ਪਰਸ਼ੂਰਾਮ ਸਤਿਗੁਰੂ ਪਾਤਸ਼ਾਹ ਕੋਲ ਪ੍ਰਸ਼ਾਦਾ ਲੈ ਕੇ ਆਇਆ। ਪਾਤਸ਼ਾਹ ਕਹਿੰਦੇ ਅਸੀਂ ਇਹ ਨਹੀਂ ਛਕਦੇ, ਸਾਡਾ ਭੋਜਨ ਨਾਮ ਦੀ ਖੁਰਾਕ ਹੈ। ਵਾਪਸ ਗਿਆ, ਕਹਿਣ ਲੱਗਾ ਰਾਜਾ ਜੀ ਲੱਗਦੇ ਕੁਝ
ਅਸਲ ਸੰਤ ਲੱਗਦੇ ਹਨ। ਗੁਰੂ ਨਾਨਕ ਮਹਾਰਾਜ ਉਹੀ ਲੱਗਦੇ ਹਨ। ਰਾਜੇ ਨੇ ਫਿਰ ਪਰਖ ਲਈ, ਆਪਣੀ ਪਦਮਨੀ ਇਸਤਰੀ ਭੇਜੀਆਂ, ਜਾਓ ਪਰਖ ਕਰਕੇ ਆਓ, ਲੁਭਾਏ ਮਾਨ ਕਰੋ। ਪਰ ਆਈਆ ਪਾਤਸ਼ਾਹ ਨੇ ਆਖਿਆ, ਗਾਛੋ ਪੁੱਤਰੀ ਰਾਜਕੁਮਾਰ, ਐਵੇਂ ਵਿਵਚਾਰ ਨਾ ਕਰੋ। ਉਹਨਾਂ ਨੂੰ ਵੀ ਸਿੱਧੇ ਰਸਤੇ ਪਾਇਆ, ਉਹਨਾਂ ਦੇ ਮਨ ਵੀ ਖਾਲਸਾ ਜੀਓ ਸੰਤ ਬਣ ਗਏ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਸੰਤ ਕਹਿੰਦੇ ਸ਼ਾਂਤ ਹਿਰਦੇ ਵਾਲੇ, ਕਾਮ ਦੀ ਵਾਸ਼ਨਾ ਖਤਮ ਕਰਤੀ, ਸ਼ਾਂਤ ਰਸ ਆ ਗਿਆ। ਵਾਪਸ ਗਈਆਂ ਸਵੇਰੇ ਰਾਜੇ, ਰਾਜਾ ਜੀ ਸਾਰੀ ਰਾਤ ਅਸੀਂ ਉਹਨਾਂ ਦੇ ਚਰਨ ਘੁੱਟਦੇ ਰਹੀਆਂ, ਪਰ ਅੱਜ ਪਤਾ ਲੱਗਿਆ ਸੰਤਾਂ ਦੇ ਚਰਨ ਘੁੱਟਣ ਦਾ ਕੀ ਆਨੰਦ ਹੈ। ਸਾਡੇ ਮਨ ਚੋਂ ਕਾਮ ਦੀ ਵਾਸ਼ਨਾ ਹੀ ਦੂਰ ਹੋ ਗਈ, ਸਾਡੇ ਮਨ ਹੀ ਸੰਤ ਵਰਗੇ ਬਣ ਗਏ ਹਨ। ਅਸਲ ਸੰਤ ਉਹ ਹਨ, ਉਹੀ ਗੁਰੂ ਨਾਨਕ ਪਾਤਸ਼ਾਹ ਹਨ। ਫਿਰ ਰਾਜਾ ਆਪ ਚੱਲ ਕੇ ਆਇਆ, ਲਗਭਗ 7.5 ਘੰਟੇ 2.5 ਪਹਿਰ ਰਾਜਾ ਖੜਾ ਰਿਹਾ। ਪਾਤਸ਼ਾਹ ਨੇ ਮੂੰਹ ਨਹੀਂ ਕੀਤਾ ਉਸ ਵਕਤ। ਫਿਰ 7.5 ਘੰਟੇ ਬਾਅਦ 2.5 ਪਹਿਰ ਬਾਅਦ ਬਾਦਸ਼ਾਹ ਨੇ ਮੂੰਹ ਬਦਲਿਆ। ਰਾਜਾ ਜੀ ਕੀ ਚਾਹੀਦਾ ਹੈ? ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਹਨ। ਫਿਰ ਉਹਨੂੰ ਨਿਹਾਲ ਕੀਤਾ ਬਾਦਸ਼ਾਹ ਨੇ ਖਾਲਸਾ ਜੀ, ਰਾਜੇ ਸ਼ਿਵਨਾਭ ਨੂੰ, ਤੇ ਉੱਥੇ ਮਹਾਰਾਜ ਨੇ ਖਾਲਸਾ ਜੀ ਬੜੇ ਤਰ੍ਹਾਂ ਦੇ ਕੌਤਕ ਵਰਤਾਏ। ਦੋਹਰਾ ਉਸੀ ਦੇਸ ਬਾਬੇ ਗਇਓ, ਜੈ ਬਹੁਤੇ ਬੇਈਮਾਨ। ਗੁਰੂ ਨਾਨਕ ਮਹਾਰਾਜ ਉੱਥੇ ਗਏ ਜਿੱਥੇ ਬਹੁਤੇ ਬੇਈਮਾਨ ਸਨ। ਜੇ ਕਹ ਲੋ ਖੱਬੀ ਖਾਂ ਬਦਮਾਸ਼ ਜਿੱਥੇ ਸਨ ਨਾ, ਜਿਸ ਇਲਾਕੇ 'ਚ ਮਹਾਰਾਜ ਉੱਥੇ ਹੀ ਗਏ, ਜਾਂ ਫਿਰ ਜਿੱਥੇ ਖਾਸ ਪਿਆਰਾ ਸੀ ਮਹਾਰਾਜ ਦਾ ਕੋਈ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਸ਼ਿਵਨਾਭ ਭਗਤ ਸੀ, ਉੱਥੇ ਗਏ ਮਹਾਰਾਜ। ਜਿਹੜੇ ਜਿਹੜੇ ਖਾਸ ਪਿਆਰੇ ਸਨ, ਯਾਦ ਕਰਦੇ ਸਨ ਮਹਾਰਾਜ ਜੀ ਨੂੰ, ਮਹਾਰਾਜ ਉੱਥੇ ਗਏ। ਜਾਂ ਫਿਰ ਜਿੱਥੇ ਬਹੁਤੇ ਖਾਲਸਾ ਜੀ ਠੱਗ ਸਨ, ਚੋਰ ਸਨ, ਬੇਈਮਾਨ ਸਨ, ਪਾਪੀ ਸਨ, ਉੱਥੇ ਉੱਥੇ ਮਹਾਰਾਜ ਜੀ ਗਏ। ਤੇ ਸਿੱਖ ਪਏ ਸੰਗਤ ਬਣੀ, ਜਾਣ ਲਿਓ ਭਗਵਾਨ। ਉਹ ਸਾਰੇ ਹੀ ਬੇਈਮਾਨ, ਜਿਨ੍ਹਾਂ ਦਾ ਕੋਈ ਈਮਾਨ ਧਰਮ ਹੈ ਹੀ ਨਹੀਂ, ਉਹ ਸਿੱਖ ਬਣਦੇ ਗਏ। ਤੇ ਉੱਥੇ ਉਹਨਾਂ ਨੇ ਸੰਗਤ ਗ੍ਰਹਿਣ ਕੀਤੀ ਗੁਰੂ ਨਾਨਕ ਪਾਤਸ਼ਾਹ ਦੀ, ਧਰਮਸ਼ਾਲਾ ਬਣਵਾਈ। ਉਹਨਾਂ ਨੇ ਜਾਣਿਆ ਵੀ ਇਹੀ ਗੁਰੂ ਨਾਨਕ ਮਹਾਰਾਜ ਪਰਮਾਤਮਾ ਹਨ। ਜੋ ਪਈ ਗਇਓ ਕਲੂ ਤੈਂ ਤੇ ਕਰ ਕੂਚ। ਤੇ ਖਾਲਸਾ ਜੀ ਉਥੋਂ ਕਾਲੂ ਜਿਹੜਾ ਕਲਯੁਗ ਸੀ, ਉਹ ਵੀ ਕੂਚ ਕਰ ਗਿਆ, ਭੱਜ ਗਿਆ। ਲਿਖੀ ਨਾ ਸਭੀ ਕਹੀ ਕਰ ਸੂਚ। ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ, ਉੱਥੇ ਕਲਯੁਗ ਨਹੀਂ ਆਇਆ। ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸੰਗਤ ਵਿੱਚ ਵੀ ਕਲਯੁਗ ਨਹੀਂ ਆਵੇਗਾ ਜਦੋਂ ਗੁਰੂ ਨਾਨਕ ਮਾਰ ਦੀ ਯਾਦ ਰਵੇਗੀ। ਜਿਨ੍ਹਾਂ ਨੇ ਆਖਿਆ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦੇ ਹਿਰਦੇ 'ਚ ਕਲਯੁਗ ਨਹੀਂ ਆਵੇਗਾ। ਤੇ ਜਿੱਥੇ ਜਿੱਥੇ ਪਾਤਸ਼ਾਹ ਜੀ ਖਾਲਸਾ ਜੀ ਗਏ, ਉੱਥੇ ਕਲਯੁਗ ਨੇ ਆਪਣਾ ਪ੍ਰਭਾਵ ਨਹੀਂ ਪਾਇਆ। ਔਰ ਜੋ ਸਭਈ ਕੀ ਸਾਖੀ ਲਖਾਉ। ਲਿਖੀ ਨਾ ਸਭੀ ਕਹੀ ਕਰ ਸੂਚ। ਸੂਚ ਕਹਿੰਦੇ ਸੰਕੋਚ ਕਰਕੇ। ਕਵੀ ਜੀ ਕਹਿੰਦੇ, ਲਿਖਾਰੀ ਮਹਾ ਲਿਖਾਰੀ ਭਾਈ ਰਤਨ ਸਿੰਘ ਜੀ ਜ਼ਿਕਰ ਕਰਦੇ ਵੀ ਕੈਪਟਨ ਮਰੇ ਜੀ, ਸਾਧ ਸੰਗਤ ਜੀ, ਇਹ ਪੂਰੀ ਕਥਾ ਮੈਂ ਖੁੱਲ ਕੇ ਨਹੀਂ ਲਿਖੀ, ਇਹ ਤਾਂ ਮੈਂ ਸੰਕੋਚ ਵਿੱਚ ਲਿਖੀ ਹੈ। ਔਰ ਜੋ ਸਭ ਹੀ ਸਾਖੀ ਲਿਖਾਉਂ, ਤੇ ਹੋਰ ਸਾਖੀਆਂ ਸਾਰੀ ਲਿਖਾਵਾਂਗਾ। ਗ੍ਰੰਥ ਵਧੇ ਉਹ ਅੰਤ ਨਾ ਪਾਉ। ਤੇ ਗ੍ਰੰਥ ਵੱਧ ਜਾਵੇਗਾ, ਗ੍ਰੰਥ ਹੀ ਇਤਨਾ ਵੱਡਾ ਹੋ ਜਾਵੇਗਾ, ਇਹਦਾ ਅੰਤ ਨਹੀਂ ਪੈਣਾ। ਤੋ ਬਾਬਾ ਕਹੂੰ ਅੱਗੇ ਸਿਧਾਰੇ। ਤੇ ਜਦੋਂ ਗੁਰੂ ਨਾਨਕ ਮਹਾਰਾਜ ਕਿਸੇ ਅੱਗੇ ਥਾਂ ਵੱਲ ਜਾਂਦੇ ਸਨ ਸੰਗਤਾਂ ਨੂੰ ਉਪਦੇਸ਼ ਦੇਣ ਲਈ, ਜਾਏ ਵੜੇ ਕਿਤ ਸਮੁੰਦਰ ਮਝਾਰੇ। ਤੇ ਕਈ ਥਾਵਾਂ ਤੇ ਮਹਾਰਾਜ ਸਮੁੰਦਰ ਵਿੱਚ ਵੀ ਪਾਤਸ਼ਾਹ ਨੇ ਜਾ ਕੇ ਚਰਨ ਪਾਏ। ਜਦੋਂ ਸਮੁੰਦਰ ਵੱਲ ਜਾਂਦੇ, ਉੱਥੇ ਮਹਾਰਾਜ ਐਵੇਂ ਚੱਲਦੇ ਜਿਵੇਂ ਧਰਤੀ ਤੇ ਚੱਲਦੇ ਹੋਣ। ਸੰਗਲਾ ਦੀਪ ਲੰਘ ਔਰ ਕੀਤੇ। ਤੇ ਸਿੰਗਲਾ ਦੀਪ ਲੰਘ ਕੇ ਹੋਰ ਕਈ ਥਾਵਾਂ ਤੇ ਮਹਾਰਾਜ ਜੀ ਗਏ। ਜਿਨ ਕੇ ਪਰਤ ਨ ਨਿਜ ਕੋ ਪੇਤੇ। ਤੇ ਖਾਲਸਾ ਜੀਓ, ਗੁਰੂ ਨਾਨਕ ਪਾਤਸ਼ਾਹ ਜਿੱਥੇ ਗਏ, ਪਰ ਉੱਥੇ ਮਹਾਰਾਜ ਨੇ ਆਪਣਾ ਭੇਦ ਦੱਸਿਆ। ਭੇਦ ਕੀ ਦੱਸਿਆ? ਸਭ ਨੂੰ ਨਾਮ ਨਾਲ ਜੋੜਿਆ। ਪਰ ਐਸੇ ਇਲਾਕੇ ਦਾ ਭੇਤ ਨਹੀਂ ਪੈਂਦਾ ਜਿੱਥੇ ਵੀ ਖਾਲਸਾ ਜੀ ਇਤਨੇ ਪਖੰਡ ਹੁੰਦੇ ਸਨ।
ਪਰ ਉੱਥੇ ਉਹਨਾਂ ਦਾ ਭੇਦ ਪ੍ਰਾਪਤ ਕੀਤਾ ਮਹਾਰਾਜ ਜੀ ਨੇ। ਬਾਬੇ ਕੀ ਗਤ ਬਾਬੇ ਜਾਣੈ। ਕਵੀ ਜੀ ਕਹਿੰਦੇ ਬਾਬੇ ਦਾ ਭੇਤ ਨਹੀਂ ਕੋਈ ਜਾਣ ਸਕਦਾ। ਗੁਰੂ ਨਾਨਕ ਪਾਤਸ਼ਾਹ ਦਾ ਅੰਤ ਕਿਸੇ ਤੋਂ ਨਹੀਂ ਪੈਂਦਾ। ਬਾਬੇ ਦੀ ਗਤ ਗੁਰੂ ਨਾਨਕ ਮਹਾਰਾਜ ਬਾਬਾ ਹਨ, ਉਹ ਆਪ ਹੀ ਜਾਣਦੇ ਹਨ। ਹਮ ਉਸ ਕੀ ਕਿਮ ਸ਼ਕਤ ਬਖਾਣੇ। ਤੇ ਅਸੀਂ ਕੀ ਸ਼ਕਤੀ ਬਿਆਨ ਕਰੀਏ ਗੁਰੂ ਨਾਨਕ ਮਹਾਰਾਜ ਜੀ ਦੀ। ਬਾਪ ਜਨਮ ਕਿਆ ਬੇਟੋ ਕਏ। ਪਿਤਾ ਦਾ ਜਨਮ ਕੇ ਜਾਣੈ ਪੂਤ। ਪਿਤਾ ਦਾ ਜਨਮ ਪੁੱਤਰ ਜਾਣ ਲਵੇਗਾ ਨਹੀਂ। ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਬੱਚੇ ਆ, ਅਸੀਂ ਕੀ ਅੰਤ ਪਾ ਲਵਾਂਗੇ ਗੁਰੂ ਨਾਨਕ ਮਹਾਰਾਜ ਦਾ। ਬਾਬੇ ਕੀ ਗਤ ਬਾਬੇ ਲਏ। ਧੰਨ ਗੁਰੂ ਨਾਨਕ ਪਾਤਸ਼ਾਹ ਦੀ ਗਤ ਗੁਰੂ ਨਾਨਕ ਮਹਾਰਾਜ ਜੀ ਜਾਣਦੇ ਹਨ। ਉਤ ਦੇਸ ਬਾਬੇ ਜਾਏ ਜ਼ਰੂਰ। ਤੇ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੇਸ਼ਾਂ ਵਿੱਚ, ਇਲਾਕੇ ਵਿੱਚ ਜ਼ਰੂਰ ਗਏ। ਹੋਏ ਭੂਲੇ ਬਹੁ ਮੂਰਖ ਕੂਰ। ਜਿੱਥੇ ਬਹੁਤ ਭੁੱਲੇ ਹੋਏ ਸਨ, ਮੂਰਖ ਸਨ, ਝੂਠੇ ਬੰਦੇ, ਕੂੜ ਬੋਲਣ ਵਾਲੇ ਸਨ, ਉੱਥੇ ਮਹਾਰਾਜ ਜ਼ਰੂਰ ਗਏ। ਜੈ ਜੈ ਚਰਨ ਨਾਨਕ ਜੀ ਪਾਇਓ। ਜਿੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਚਰਨ ਪਾਏ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ। ਸੋ ਥਾਨ ਸੁਹਾਵਾ ਰਾਮ ਰਾਜੇ। ਜਿੱਥੇ ਮਹਾਰਾਜ ਜੀ ਨੇ ਚਰਨ ਪਾਏ, ਉਹ ਥਾਨ ਸੋਭਨਿਕ ਬਣ ਗਏ। ਧਰਮ ਕਰਮ ਉਨ ਲੋਕਨ ਦ੍ਰਿੜਾਇਓ। ਤੇ ਜਿੱਥੇ ਚਰਨ ਪਾਏ, ਸਭ ਨੂੰ ਆਖਿਆ ਭਾਈ ਧਰਮ ਦੇ ਕੰਮ ਕਰੋ। ਲੋਕਾਂ ਨੂੰ ਦ੍ਰਿੜਾਇਆ, ਨਾਮ ਦਾਨ ਇਸ਼ਨਾਨ ਦ੍ਰਿੜਾਇਆ ਕਿ ਨਾਮ ਜਪੋ, ਦਾਨ ਕਰੋ, ਇਸ਼ਨਾਨ ਕਰੋ। ਦਾਨ ਕਰੇ ਦਸਵੰਧ ਦਿਓ, ਵੰਡ ਕੇ ਛਕੋ ਭਾਈ। ਇਸ਼ਨਾਨ ਕਰੋ, ਸਵੇਰੇ ਜਲ ਵੀ ਇਸ਼ਨਾਨ ਕਰਕੇ ਨਾਮ ਦਾ ਇਸ਼ਨਾਨ ਵੀ ਕਰੋ। ਇਸ ਤਰ੍ਹਾਂ ਪਾਤਸ਼ਾਹ ਨੇ ਧਰਮ ਕਰਮ ਦੇ ਰਾਹ ਲਾਇਆ ਹੈ। ਧਰਮਸਾਲ ਤੈ ਥਾਂ ਬਣਵਾਈ। ਤੇ ਉਸ ਥਾਂ ਤੇ ਮਹਾਰਾਜ ਜੀ ਨੇ ਧਰਮਸ਼ਾਲਾ ਬਣਵਾਈ ਹੈ। ਕੀਓ ਸਿੱਖ ਤੈ ਦਇਆ ਦ੍ਰਿੜਾਈ। ਤੇ ਉਹਨਾਂ ਨੂੰ ਸਿੱਖ ਕੀਤਾ, ਸਭਨਾਂ ਉੱਤੇ ਪਾਤਸ਼ਾਹ ਨੇ ਦਇਆ ਦ੍ਰਿਸ਼ਟੀ ਕੀਤੀ। ਜੇ ਕੋਈ ਆਵੇ ਅਜ਼ਮਤ ਲੈਣ। ਤੇ ਜਿਹੜਾ ਕੋਈ ਪਾਤਸ਼ਾਹ ਕੋਲ ਅਜ਼ਮਤ ਲੈਣ ਲਈ ਆਉਂਦਾ ਸੀ, ਉਸ ਕੋ ਖੁਸ਼ ਗੁਰ ਤਿਵੇਂ ਕਰ ਦੇਨ। ਤੇ ਮਹਾਰਾਜ ਉਹਨੂੰ ਖੁਸ਼ ਵੀ ਕਰਦੇ ਸਨ। ਲੈ ਭਾਈ ਤੂੰ ਵੀ ਦੇਖ ਲੈ, ਰੱਬ ਦੀ ਕਲਾ ਹੈ। ਇਹਨਾਂ ਕਲਾ ਵਿੱਚ ਨਾ ਨਹੀਂ, ਮਹਾਰਾਜ ਕਹਿੰਦੇ। ਪਾਤਸ਼ਾਹ ਕੋਲ ਆਉਂਦਾ ਸੀ, ਮਹਾਰਾਜ ਕੋਈ ਦਿਖਾਓ। ਸਿੱਧਾਂ ਨੇ ਪੁੱਛਿਆ, ਬੜੀਆਂ ਖਾਲਸਾ ਜੀ ਉਹ ਕਰਾਮਾਤਾਂ ਵੇਖੀਆਂ, ਪਰ ਪਾਤਸ਼ਾਹ ਨੇ ਸਭ ਨੂੰ ਆਖਿਆ ਵੀ ਇਹ ਕਰਾਮਾਤਾਂ ਛੋਟੀਆਂ ਹਨ। ਰੱਬ ਦੇ ਨਾਮ ਨਾਲ ਜੋੜੋ, ਸੱਚੇ ਅਕਾਲ ਪੁਰਖ ਨਾਲ ਜੋੜੋ, ਸਭ ਕੁਝ ਆਪੇ ਆ ਜਾਵੇਗਾ। ਤੇ ਸਭ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਸੱਚ ਨਾਲ ਜੋੜਿਆ, ਸੱਚ ਦਾ ਰਸਤਾ ਵਿਖਾਇਆ। ਹੋਰ ਕਿਵੇਂ ਮਹਾਰਾਜ ਹੁਣ ਖਾਲਸਾ ਜੀ ਉਹ ਮੱਕੇ ਵੱਲ ਜਾ ਰਹੇ ਹਨ। ਤੇ ਮੱਕੇ ਦੀ ਸਾਖੀ ਉਹ ਜਿਹੜੀ ਖਾਲਸਾ ਜੀ ਕਈ ਵਾਰੀ ਕਈ ਗ੍ਰੰਥਾਂ 'ਚ ਜਿਹੜੀ ਨਹੀਂ ਲਿਖੀ ਹੈ ਨਾ, ਉਹ ਇੱਥੇ ਲਿਖੀਆਂ ਹਨ। ਖਾਸ ਤੌਰ ਤੇ ਜਿਹੜੀ ਪਹਿਲਾਂ ਕਥਾਵਾਂ ਆ ਗਈ ਉਹ ਸੰਖੇਪ 'ਚ ਲਿਖੀਆਂ, ਜਿਹੜੀ ਉੱਥੇ ਨਹੀਂ ਆਈਆਂ ਜਨਮ ਸਾਖੀ ਵਿੱਚ ਕਿਸੇ ਹੋਰ ਥਾਵਾਂ ਤੇ, ਉਹ ਮਹਾਰਾਜ ਜੀ ਨੇ ਇੱਥੇ ਕਵੀ ਜੀ ਨੇ ਬਹੁਤ ਥੋੜੇ ਸੰਖੇਪ ਸ਼ਬਦਾਂ 'ਚ ਲਿਖੀਆਂ, ਪਰ ਤਤ ਨਿਚੋੜ ਕਰਕੇ ਲਿਖੀਆਂ ਹਨ। ਉਹ ਆਪ ਜੀ ਖਾਲਸਾ ਜੀਓ ਅਗਲੇ ਪ੍ਰਕਰਨਾਂ ਵਿਖੇ ਸ਼ਰਵਣ ਕਰਨਾ ਜੀ। ਇਤਨੀਆਂ ਹੀ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੇਖੀ ਮਾਂ। ਵਾਹਿਗੁਰੂ 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 ਹੇ ਅਚੁੱਤ ਹੈ ਪਾਰ ਬ੍ਰਹਮ। ਅਗਨਾਸ
हे पूरन हे सर्ब मैं ਜਨ ਗੁਣ ਤਾਸ हे संगी हे निरंकार ਗੁਣ ਸਭ ਟੇਕ हे गोविंद हे गुण निधान ਸਭ ਵੇਖ हे अपरंपर हर हरे ਅਣਿਆਰ हे संतह कै सदा संग ਆਧਾਰ हे ठाकुर हों दासरो ਨਿਰਗੁਣ ਗੁਣ ਨਹੀਂ ਕੋ नानक दीजै नाम दान ਹੋਈਐ ਪਰੋ आए प्रभ शरणागति ਕਿਰਪਾ ਨਿਧ ਦਿਆਲ एक अखर हर मन बसत ਨਾਨਕ ਹੋਤ ਨਿਆਲ वाहिगुरु नाम जहाज है ਸੂਤਰੇ ਪਾਰ जो शरदा कर सेव दे ਗੁਰ ਪਾਰ ਉਤਾਰ ਨਿਆਲ वाहिगुरु नाम जहाज है ਸੂਤਰੇ ਪਾਰ जो शरदा कर सेव दे ਗੁਰ ਪਾਰ ਉਤਾਰ ਨਿਆਰ वाहिगुरु जी का खालसा ਵਾਹਿਗੁਰੂ वाहिगुरु जी की फतेह।